वाहेगुरु जी का खालसा वाहेगुरु जी की फतेह। फतेह 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 जी। रोम रोम फतेह, हर मैदान फतेह। मैं आप जी ਦਾ ਦੀਪਕ ਪਾਰਸ ਅੱਜ ਬਹੁਤ ਹੀ ਸਕੂਨ ਦੇ ਵਿੱਚ ਹਾਂ, ਬਹੁਤ ਹੀ ਆਰਾਮ ਦੇ ਵਿੱਚ ਹਾਂ, ਬਹੁਤ ਹੀ ਚੈਨ ਦੇ ਵਿੱਚ ਹਾਂ ਜੀ। ਐਂਡ ਬਹੁਤ ਜ਼ਿਆਦਾ ਨੋਰਮਲ, ਬਹੁਤ ਜ਼ਿਆਦਾ ਸਧਾਰਨ ਅਤੇ ਬਹੁਤ ਜ਼ਿਆਦਾ ਸ਼ਾਂਤ, ਬਿਲਕੁਲ ਸ਼ਾਂਤ ਅੱਜ ਦਾ ਐਪੀਸੋਡ ਹੋਣ ਵਾਲਾ ਆ। ਅੱਜ ਜਿਹੜਾ ਸਬਜੈਕਟ ਮੇਰੇ ਸਾਹਮਣੇ, ਵਿਸ਼ਾ ਮੇਰੇ ਸਾਹਮਣੇ ਆਇਆ ਆ, ਉਹ ਐਕਚੁਅਲੀ ਉਹਦਾ ਬਹੁਤ ਜਿਹੜੇ ਗੰਭੀਰ ਅਸੀਂ ਆਪਣੇ ਪ੍ਰਸ਼ਨ ਕਰਾਂਗੇ, ਆਪਣੇ ਆਪ ਨਾਲ ਪ੍ਰਸ਼ਨ ਕਰਾਂਗੇ ਅਤੇ ਅਸੀਂ ਆਪਣੇ ਪੂਰੇ ਸਮਾਜ ਨੂੰ ਉਸ ਘੇਰੇ ਦੇ ਵਿੱਚ ਲਵਾਂਗੇ ਅਤੇ ਸਾਡੀ ਸਾਰੀ ਸੰਸਕ੍ਰਿਤੀ, ਸਾਰਾ ਸੱਭਿਆਚਾਰ, ਸਾਰੀ ਪਿੱਠ ਭੂਮੀ, ਸਾਰੀਆਂ ਗੱਲਾਂ ਦੇ ਬਾਰੇ ਅਸੀਂ ਹੌਲੀ ਕੁਝ ਪ੍ਰਸ਼ਨ ਆ ਮੇਰੇ ਕੋਲੋਂ, ਤੁਸੀਂ ਵੀ ਕੁਝ ਪ੍ਰਸ਼ਨ ਆਪਣੇ ਸਾਹਮਣੇ ਰੱਖਿਓ। ਇਸ ਤੋਂ ਪਹਿਲਾਂ ਕਿ ਮੈਂ ਗੱਲ ਨੂੰ ਸ਼ੁਰੂ ਕਰਾਂ, ਮਾਂ ਪੰਜਾਬੀ ਦੇ ਵਿਹੜੇ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਰੀਤ ਬਲਜੀਤ ਨੂੰ ਦੇਖਿਆ 5 ਵਾਰ ਫਤਿਹ ਕਹਿੰਦੇ ਹੋਏ। ਦੀਪਕ ਪਾਰਸ ਜੀ, ਜੀ ਆਇਆਂ ਨੂੰ। ਮੇਰਾ ਰੀਤ ਬਲਜੀਤ ਰੋਜ਼ ਦੀ ਤਰ੍ਹਾਂ ਆਪਣੀ ਹਾਜ਼ਰੀ ਉਹਨੇ ਸਭ ਤੋਂ ਪਹਿਲਾਂ ਭਰੀ। ਉਸ ਤੋਂ ਬਾਅਦ ਮੀਤ ਧਾਲੀਵਾਲ ਆਏ। ਐਕਚੁਅਲੀ ਉਹਨਾਂ ਨੇ ਮੈਨੂੰ ਫੁੱਲ ਭੇਜੇ, ਪਿਆਰ ਭੇਜਿਆ, ਸਤਿਕਾਰ ਭੇਜਿਆ। ਉਹਨਾਂ ਦਾ ਫੁੱਲ ਪਿਆਰ ਸਤਿਕਾਰ ਸਾਰੇ ਕਬੂਲ ਕੀਤੇ ਐਕਚੁਅਲੀ, ਐਂਡ ਕਬੂਲ ਹੋਏ। ਅੱਛਾ, ਇਹ ਹੁਣ ਨਾਓ ਵੀ ਆਰ ਅੱਗੇ ਆ ਗਏ ਮੇਰੇ ਸੋਨੀ, ਹੈਪੀ ਸੋਨੀ। ਤੁਸੀਂ ਮੈਸੇਜ ਕਰ ਲਓ ਤਾਂ ਕਿ ਅਸੀਂ ਆਪਣੀ ਗੱਲ ਨੂੰ ਅੱਗੇ ਸ਼ੁਰੂ ਕਰੀਏ। ਅੱਜ ਬਹੁਤ ਅਜੀਬ ਜਿਹਾ ਵਿਸ਼ਾ ਲੈ ਕੇ ਆਇਆ ਮੈਂ, ਕਾਫੀ ਅਜੀਬ, ਮੀਨਸ ਕਾਫੀ ਸਟਰੇਂਜ। ਕਿਸੇ ਸਾਹਿਤਕਾਰ ਲਈ ਇਹੋ ਜਿਹੀਆਂ ਗੱਲਾਂ ਕਰਨੀਆਂ ਔਰ ਇੱਦਾਂ ਦੇ ਲੈਵਲ 'ਤੇ ਜਾ ਕੇ ਗੱਲ ਕਰਨੀ, ਆਪਣੀ ਸ਼ਰਾਬ ਦੇ ਨਾਲ ਫੋਟੋ ਲਗਾ ਦੇਣੀ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਇਹ ਬੜੀ ਇੱਕ ਊਟ ਪਟਾਂਗ ਜੀ, ਬੜੀ ਇੱਕ ਅਜੀਬ ਜੀ ਬੇਸਿਕਲੀ ਗੱਲਾਂ ਆ ਜਿਹੜੀਆਂ ਕਿ ਸਮ ਟਾਈਮ ਮੈਂ ਕਰਦਾ ਹਾਂ, ਕਿਉਂਕਿ ਉਹ ਮੈਨੂੰ ਉੱਦਾਂ ਹੀ ਸਮਝ ਆਉਂਦੀ ਆ। ਮੈਨੂੰ ਜਿੱਦਾਂ ਸਮਝ ਆਉਂਦੀ ਹੈ ਮੈਂ ਉੱਦਾਂ ਹੀ ਕਰਦਾ ਹਾਂ ਅੱਗੇ। ਉਸ ਤੋਂ ਬਾਅਦ ਹੈਪੀ ਸੋਹੀ ਮੇਰਾ ਆ ਗਿਆ, ਉਹਨੇ 5 ਵਾਰ ਫਤਿਹ ਬੁਲਾਈ। ਦੀਪਕ ਵੀਰ ਜੀ ਮੈਨੂੰ ਕਿਹਾ ਉਹਨਾਂ ਨੇ। ਸਿਮਰਨ ਬਰਾੜ, ਸਿਮਰਨ ਬਹੁਤ ਸੂਝਵਾਨ ਕੁੜੀ ਆ। ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ ਉਹਨਾਂ ਨੇ ਕਿਹਾ ਮੈਨੂੰ, ਜੀ ਆਇਆਂ ਨੂੰ। ਅੱਗੇ ਵੈਲੀ ਵਸੂਲੀ ਬਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਫਤਿਹ ਜੀ, ਫਤਿਹ ਜੀ। ਅੱਛਾ ਜੀ, ਬੂਟਾ ਸਿੰਘ ਭਦੌੜ ਆਏ ਆ, ਸਤਿ ਸ੍ਰੀ ਅਕਾਲ, ਬਹੁਤ ਸਤਿਕਾਰ ਉਹਨਾਂ ਨੇ ਕਿਹਾ। ਵੈਲੀ ਵਸੂਲੀ ਬਾਈ ਜੀ ਨੇ ਮੈਨੂੰ ਕਲੈਪ ਕੀਤਾ। ਵਿਸ਼ਾ, ਅਸੀਂ ਅੱਜ ਆਪਣੇ ਵਿਸ਼ੇ 'ਤੇ ਆਉਂਦੇ ਹਾਂ। ਤਰਲੋਚਨ ਦੁੱਗਲ ਜੀ ਰੋਜ਼ ਦੀ ਤਰ੍ਹਾਂ ਬਿਲਕੁਲ 8 ਮਹੀਨੇ ਲਗਾਤਾਰ ਇੱਕ ਤਪੱਸਿਆ ਦੀ ਤਰ੍ਹਾਂ, ਇੱਕ ਤਪਸਵੀ ਦੀ ਤਰ੍ਹਾਂ, ਕੁਛ ਰੂਹਾਂ ਤਾਂ, ਕੁਝ ਤਾਂ ਮੇਰੇ ਪਿਆਰੇ ਇਹੋ ਜਿਹੇ ਆ ਜਿਹੜੇ ਤਪਸਵੀ ਆ ਬੇਸਿਕਲੀ। ਉਹਨਾਂ ਨੇ ਇਹ 8 ਮਹੀਨੇ ਜਿਹੜੀ ਨਾਲ ਯਾਤਰਾ ਕੀਤੀ ਆ, ਅਸਲ ਦੇ ਵਿੱਚ ਮੈਂ ਤਾਂ ਕਹਾਂਗਾ ਕਿ ਮੇਰੇ ਤੋਂ ਵੀ ਜੇ ਵੱਡੀ ਕੋਈ ਚੀਜ਼ ਹਾਸਲ ਜੇ ਕਿਸੇ ਨੇ ਕੀਤੀ ਆ, ਉਹ ਸੁਣਨ ਵਾਲਿਆਂ ਨੇ ਕੀਤੀ ਆ। ਉਹ ਬਹੁਤ ਵੱਡੇ ਆ ਜਿਨ੍ਹਾਂ ਨੇ ਸੁਣਿਆ। ਇਹਨਾਂ ਨੂੰ 8 ਮਹੀਨੇ ਇਸ ਗੱਲ ਦੇ ਵਿੱਚੋਂ ਨਿਕਲੇ, ਇਸ ਗੱਲ ਨੂੰ ਸਮਝਿਆ ਔਰ ਲਗਾਤਾਰ ਸਮਝ ਰਹੇ ਆ ਔਰ ਲਗਾਤਾਰ ਸੁਣ ਰਹੇ ਆ ਔਰ ਲਗਾਤਾਰ ਸੁਣਨ ਦੀ, ਹੋਰ ਇਸ ਤੋਂ ਵੀ ਗਹਿਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਪਏ ਕਿ ਇਹ ਸਾਹਿਤਕ ਜਿਹੜਾ ਸਾਡਾ ਮੰਚ ਆ, ਇਹ ਕਿੱਥੋਂ ਤੱਕ ਇਹਦਾ ਜਿਹੜਾ ਫੈਲਾਵ ਆ ਇਸ ਮੰਚ ਦਾ ਕਿੱਥੇ ਤੱਕ ਹੋ ਸਕਦਾ ਆ। ਇਹ ਉਸੇ ਗੱਲ ਨੂੰ ਵੀ ਨਾਲ ਸਮਝਦੇ ਪਏ ਆ ਅਤੇ ਮੈਂ ਵੀ ਨਾਲ ਇਸ ਗੱਲ ਨੂੰ ਇਹ ਜਾਰੀ ਰੱਖਿਆ ਹੋਇਆ ਆ। ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਪਕ ਜੀ ਅਤੇ ਸਾਰੇ ਸਹਿਯੋਗੀ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ, ਇਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਬਹੁਤ ਜ਼ਿਆਦਾ ਸਮਝ ਲਓ ਕਿ ਰੌਚਕ ਰਹਿਣ ਵਾਲਾ ਆ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ। ਸਭ ਤੋਂ ਪਹਿਲਾਂ ਜਿਸ ਗੱਲ ਦਾ ਮੈਨੂੰ ਪੂਰੀ ਤਰ੍ਹਾਂ ਅੰਦੇਸ਼ਾ ਆ, ਜਿਸ ਗੱਲ ਦਾ ਤਾਂ ਪਤਾ ਹੀ ਆ, ਮੈਨੂੰ ਤਾਂ ਇਸ ਗੱਲ ਦਾ ਬਿਲਕੁਲ ਪਤਾ ਆ। ਅਗਰ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਅਗਲੇ 100 ਸਾਲਾਂ ਦਾ ਵੀ ਪੂਰੀ ਤਰ੍ਹਾਂ ਨਾਲ ਵੇਰਵਾ ਦੇ ਸਕਦਾ ਹਾਂ। ਮੈਂ ਸਾਡੇ ਨਾਲ ਅਗਲੇ 100 ਸਾਲ ਹੋਣਾ ਕੀ ਆ। ਤੁਸੀਂ ਮੇਰੀਆਂ ਗੱਲਾਂ ਤੁਸੀਂ ਸ਼ਾਇਦ ਹੱਸਦੇ ਵੀ ਹੋਵੋਗੇ, ਜਿੱਦਾਂ ਉਹ ਕੱਲ ਮੁੰਡਾ ਆ ਗਿਆ ਸੀਗਾ, ਪਰਮਜੀਤ ਆ ਗਿਆ ਸੀ, ਕੋਈ ਰਤਨਪਾਲ, ਰਾਈਟ, ਉਹ ਇਹੋ ਜਿਹੇ ਬੰਦੇ, ਰਾਈਟ, ਇਹ ਬੰਦੇ ਮਜ਼ਾਕ ਅੱਜ ਤਾਂ ਉਡਾ ਸਕਦੇ ਆ। ਅੱਜ ਇਹਨਾਂ ਦਾ ਪੂਰਾ ਹੱਕ ਆ, ਇਹਨਾਂ ਨੂੰ ਪੂਰੀ ਖੁੱਲ੍ਹ ਵਾ। ਇਹ ਅੱਜ ਮੇਰਾ ਮਜ਼ਾਕ ਉਡਾ ਸਕਦੇ ਆ, ਪਰ ਇਹ 50 ਸਾਲ ਬਾਅਦ ਮੇਰਾ ਮਜ਼ਾਕ ਨਹੀਂ ਉਡਾ ਪਾਉਣਗੇ। ਇਹ 100 ਸਾਲ ਬਾਅਦ ਮੇਰਾ ਮਜ਼ਾਕ ਨਹੀਂ ਉਡਾ ਪਾਉਣਗੇ। ਇਹ ਨਹੀਂ ਉਡਾ ਪਾਉਣਗੇ, ਮੈਨੂੰ ਪਤਾ ਹੈ ਨਹੀਂ ਉਡਾ ਪਾਉਣਗੇ। ਜੇ ਮੈਂ ਇਹ ਕਹਿ ਰਿਹਾ ਹਾਂ ਕਿ 8 ਮਹੀਨੇ ਲਗਾਤਾਰ ਬੋਲਣ ਤੋਂ ਬਾਅਦ
102 ਐਪੀਸੋਡ ਕਰਨ ਤੋਂ ਬਾਅਦ 102 ਐਪੀਸੋਡ ਕਰਨ ਦਾ ਮਤਲਬ ਆ ਐਟ ਲੀਸਟ 250 ਆਵਰ 250 ਆਵਰ ਦੀ ਫੁਟੇਜ 250 ਆਵਰ ਕਿੰਨੇ ਹੁੰਦੇ ਆ ਲਗਾਤਾਰ ਕੋਈ ਬੰਦਾ 6 ਦਿਨ 7 ਦਿਨ ਲਗਾਤਾਰ ਬੋਲੇਗਾ ਕੰਟੀਨਿਊ ਬਿਨਾਂ ਰੁਕੇ ਰਾਤ ਦਿਨ ਜਦ ਜੇ ਬੋਲੇ ਉਹਦੀ ਉਨੀ ਫੁਟੇਜ ਬਣਦੀ ਆ ਉਹਨੇ ਆਵਰਸ ਬਣਦੇ ਆ ਮੀਨਸ ਇੰਨੇ ਆਵਰਸ ਪੰਜਾਬੀ ਮਾਂ ਬੋਲੀ ਨੂੰ ਦੇ ਦਿੱਤੇ ਗਏ ਐਕਚੁਅਲੀ ਦੀਪ ਮੋਹਦੀਪ ਮੇਰੀ ਬਹੁਤ ਪਿਆਰੀ ਆਪਣੇ ਆਗੇ ਹੋਏ ਆ ਮੈਨੂੰ ਕਹਿੰਦੇ ਆ ਕਿ ਸਤਿ ਸ੍ਰੀ ਅਕਾਲ ਵੀਰ ਜੀ ਅੱਗੇ ਬਲਵਿੰਦਰ ਕੌਰ ਖਾਰੇ ਬਹੁਤ ਹੀ ਸੰਜੀਦਾ ਬਹੁਤ ਹੀ ਪਿਆਰੀ ਆਪਣੇ ਬਹੁਤ ਔਖੇ ਵਕਤਾਂ ਦੇ ਵਿੱਚ ਲੰਘਦੀ ਪਈ ਆ ਕੁੜੀ ਸੋ ਅਸੀਂ ਇਹਦਾ ਸਹਾਰਾ ਬਣਨਾ ਆ ਸਾਰਿਆਂ ਨੇ ਰਲ ਕੇ ਸਾਰਿਆਂ ਨੇ ਇਹਨੂੰ ਸਪੋਰਟ ਕਰਨੀ ਆ ਸਾਰਿਆਂ ਨੇ ਬਲਵਿੰਦਰ ਕੌਰ ਖਾਰੇ ਨੂੰ ਸਾਰਿਆਂ ਨੇ ਸਪੋਰਟ ਕਰਨੀ ਆ ਐਕਚੁਅਲੀ ਵੈਰੀ ਮੋਰਲ ਸਪੋਰਟ ਚਾਹੀਦੀ ਆ ਉਹਨੂੰ ਇਸ ਕਰਕੇ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਉਹਦੀ ਕੇਅਰ ਕਰੋ ਕਿਉਂਕਿ ਉਹਦੀ ਜਿਹੋ ਜਿਹੀ ਰਾਈਟਿੰਗ ਆ ਉਹਦੀ ਰਾਈਟਿੰਗ ਬਹੁਤ ਜ਼ਿਆਦਾ ਕੇਅਰ ਮੰਗਦੀ ਆ ਇਸ ਕਰਕੇ ਮੈਂ ਚਾਹੁੰਦਾ ਆ ਕਿ ਬਲਵਿੰਦਰ ਕੌਰ ਖਾਰੇ ਦਾ ਖਾਸ ਧਿਆਨ ਰੱਖਿਆ ਜਾਵੇ ਅੱਛਾ ਜੀ ਅੱਗੇ ਵੈਲੀ ਵਸੂਲੀ ਬਾਈ ਜੀ ਸਰ ਤੁਹਾਡਾ ਪ੍ਰੋਗਰਾਮ ਸੁਣ ਕੇ ਖੁਸ਼ੀ ਹੁੰਦੀ ਹੈ ਪੰਜਾਬੀ ਮਾਂ ਬੋਲੀ ਦੇ ਵਾਰਸ ਹੈਗੇ ਹੋ ਤੁਹਾਡੇ ਵਰਗੇ ਅੱਛਾ ਜੀ ਮੈਨੂੰ ਲੱਗਦਾ ਆ ਕੋਈ ਆ ਗਿਆ ਮੈਂ ਇੱਕ ਮਿੰਟ ਲਈ ਮੈਂ 1 ਸੈਕਿੰਡ ਲਈ ਮੈਨੂੰ ਥੋੜਾ ਜਿਹਾ 1 ਮਿੰਟ ਲਈ ਦਵਾਂਗੇ ਇੱਕ ਸੈਕਿੰਡ ਲਈ ਹਾਈ देयर ओके ओके हाय how are you all right okay good of course yes I remember you Alicia how are you okay all right yeah I am online if you give me half an hour is it possible yeah that's fine can we go upstairs you can free whatever you want to do it okay after that what I do I will talking to you okay that's fine if you anything or can have you got a phone yes yeah give me a phone so I will ring she will come and see you yeah just give me a second sorry about that yeah just have a look okay just give me a second okay that's fine it's a picture yes I know that no where's your phone oh you say my number we got your number yeah she's answering it yeah she got out she yeah she's there she's next door oh she will oh ana ne करना आपको जाओ कितनी हो रहा बूटी okay go upstairs I'm coming okay yeah she will come ਅੱਛਾ ਜੀ ਸੌਰੀ ਅਬਾਊਟ ਦੈਟ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਆ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਆਹੀ ਮੇਰਾ ਟੈਸਟ ਆ ਤੁਹਾਡੇ ਮੋਰੇ ਸਭ ਤੋਂ ਦੇਖੋ ਤੁਹਾਡੇ ਸਾਹਮਣੇ ਲਾਈਵ ਕਿੰਨੇ ਇੰਪੋਰਟੈਂਟ ਇੱਥੇ 5 ਆਏ ਹੋਏ ਆ ਮੈਂ ਇੰਨੇ ਬੰਦੇ ਛੱਡ ਕੇ ਤੁਹਾਡੇ ਨਾਲ ਟਾਈਮ ਦੇ ਰਿਹਾ ਇਹਦਾ ਮਤਲਬ ਜੇ ਮੈਂ ਤੁਹਾਡੇ ਨਾਲ ਟਾਈਮ ਦੇ ਰਿਹਾ ਹਾਂ ਤੁਸੀਂ ਮੇਰੇ ਲਈ ਕਿੰਨੇ ਇੰਪੋਰਟੈਂਟ ਹੋ ਸਕਦੇ ਹੋ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਗਾ ਸਕਦੇ ਹੋ ਅੱਛਾ ਜੀ ਸਤਿ ਸ੍ਰੀ ਅਕਾਲ ਪਾਰਸ ਸਾਹਿਬ ਜੀ ਜ਼ਿੰਦਾ ਮਿਸਤਰੀ ਆਪਣੇ ਸਿੰਘ ਜੀ ਮੈਨੂੰ ਪਿਆਰ ਭੇਜਿਆ ਅੱਛਾ ਜੀ ਤੁਸੀਂ ਹੁਣ ਮੈਸੇजेस ਕਰੋ ਅਸੀਂ ਅੱਜ ਜਿਹੜੀ ਗੱਲ ਕਰਨੀ ਚਾਹੁੰਦੇ ਆ ਮੈਂ ਬੜਾ ਸਾਈਕੋਲੋਜੀਕਲ ਵਿਸ਼ੇ ਤੇ ਜਾ ਰਿਹਾ ਹਾਂ ਕਿਉਂ ਅਸੀਂ 100 ਸਾਲ ਬਾਅਦ 50 ਸਾਲ ਬਾਅਦ ਅਸੀਂ ਬਿਲਕੁਲ ਫਿਨਿਸ਼ ਹੋ ਜਾਵਾਂਗੇ ਜੇ ਇਸ ਰਫ਼ਤਾਰ ਨਾਲ ਗੱਲ ਚੱਲਦੀ ਰਹੀ ਠੀਕ ਹੈ ਜਿਹੜਾ ਸ਼ਬਦ ਸਭ ਤੋਂ ਪਹਿਲਾਂ ਮੈਂ ਇਹਦੀ 1 ਮਿੰਟ ਲਈ ਇਹਦੀ ਥੋੜਾ ਜਿਹਾ ਇਹਦਾ ਬੇਸ ਤੁਹਾਨੂੰ ਇੱਕ ਵਾਰ ਤੁਹਾਡੇ ਨਾਲ ਸਾਂਝਾ ਕਰ ਲਵਾਂ ਸਾਰੀ ਗੱਲ ਨੂੰ ਸਮਝ ਲਈਏ ਇਸ ਤੋਂ ਬਾਅਦ ਅਸੀਂ ਡਿਸਕਸ ਸ਼ੁਰੂ ਕਰਦੇ ਹਾਂ ਇਹ ਕਿਉਂ ਇੰਨਾ ਜ਼ਿਆਦਾ ਕਨਫਿਊਜ਼ਿੰਗ ਹੋ ਗਿਆ ਹੋਇਆ ਆ
ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਹਾਂ ਕੁਝ ਚੀਜ਼ਾਂ। ਅੱਛਾ ਜੀ, ਇਹ ਮੈਂ ਤੁਹਾਨੂੰ ਕੁਝ ਚੀਜ਼ਾਂ ਦਿਖਾਣਾ ਚਾਹੁੰਦਾ ਹਾਂ। ਇਹਦੇ ਵਿੱਚ ਜਿਹੜੀ ਮੇਰੀ ਅੱਜ ਦੀ ਪੋਸਟ ਆ, ਆਓ ਅੱਜ ਜੱਟ ਲਾਈਫ, ਇੱਕ ਮਿੰਟ, ਜੱਟ ਲਾਈਫ ਬਾਜ਼ਾਰ ਵਿੱਚ ਆਈ ਹੋਈ ਨਵੀਂ ਸ਼ਰਾਬ ਦੇਖੋ। ਪੂਰੀ ਇਸ ਦੁਨੀਆ ਦੇ ਵਿੱਚ ਇਹ ਦੱਸੋ, ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਛੋਟੀ ਕਮਿਊਨਿਟੀ, ਵੱਡੀ ਕਮਿਊਨਿਟੀ, ਸਾਰੀਆਂ ਕਮਿਊਨਿਟੀਜ਼ ਨੂੰ ਮਿਲਾ ਕੇ ਦੁਨੀਆ ਦੇ ਵਿੱਚ ਕਿਸ ਕਮਿਊਨਿਟੀ ਦੇ ਅਕੋਰਡਿੰਗ ਉਹਦੇ ਵਰਡ ਨੂੰ ਵਰਤ ਕੇ ਸ਼ਰਾਬ ਬਣਾਈ ਗਈ ਪੂਰੀ ਦੁਨੀਆ ਦੇ ਵਿੱਚ। ਪੂਰੀ ਦੁਨੀਆ ਦੇ ਵਿੱਚ ਇਹ ਦੱਸੋ, ਕੋਈ ਦੱਸੋ, ਕੋਈ ਕਮਿਊਨਿਟੀ ਦੱਸੋ, ਕੋਈ ਇੱਕ ਕਮਿਊਨਿਟੀ ਦੱਸੋ ਜਿਹਦੇ ਨਾਲ ਸ਼ਰਾਬ ਜਾਂ ਨਸ਼ਾ ਬ੍ਰਾਂਡ ਬਣਾਇਆ ਗਿਆ। ਨਸ਼ਾ ਬ੍ਰਾਂਡ ਕੀਤਾ ਗਿਆ, ਨਸ਼ੇ ਨੂੰ ਬ੍ਰਾਂਡ ਬਣਾਇਆ। ਤੇ ਉਸ ਬ੍ਰਾਂਡ ਕਦੋਂ ਬਣਦਾ ਹੈ ਕੋਈ ਚੀਜ਼? ਜਦੋਂ ਉਹਦਾ ਨਾਮ ਹੁੰਦਾ, ਜਦੋਂ ਉਹ ਕੋਈ ਚੀਜ਼ ਵਿਕਦੀ ਹੈ ਉਸ ਨਾਮ ਦੇ ਨੀਚੇ। ਇਸ ਵੇਲੇ ਆਪ ਦੇ ਘਰ ਵਿੱਚ ਵੀ ਰੌਣਕਾਂ ਲੱਗ ਜਾਂਦੀਆਂ ਹਨ ਦੀਪਕ ਜੀ। ਬਿਲਕੁਲ। ਅੱਛਾ, ਹੁਣ ਇੱਥੋਂ ਅਸੀਂ ਗੱਲ ਨੂੰ ਸ਼ੁਰੂ ਕਰਨਾ ਹੈ। ਇਹ ਕੀ ਮਸਲਾ ਕੀ ਆ? ਇਹ ਮਸਲਾ ਕੀ ਹੈ? ਤਾਂ ਮਨੋਵਿਗਿਆਨਿਕ ਸੱਚ ਕੀ ਆ? ਸਭ ਤੋਂ ਪਹਿਲਾਂ ਜੱਟ ਪੰਜਾਬੀ ਸੱਭਿਆਚਾਰਕ ਸ਼ਬਦ ਆ। ਸਭ ਤੋਂ ਪਹਿਲਾਂ ਜੱਟ ਜਿਹੜਾ ਸ਼ਬਦ ਆ ਉਹ ਪੰਜਾਬੀ ਸੱਭਿਆਚਾਰਕ ਸ਼ਬਦ ਆ, ਰਾਈਟ। ਇਹਦੇ ਵਿੱਚ ਇਹਦੀ ਕੋਈ ਸਪਿਰਿਚੁਅਲਿਟੀ, ਇਹਦੀ ਕੋਈ ਉੱਦਾਂ ਪਿੱਠ ਭੂਮੀ ਨਹੀਂ ਆ। ਇਹ ਇੱਕ ਸੱਭਿਆਚਾਰਕ ਸ਼ਬਦ ਆ। ਸੱਭਿਆਚਾਰਕ ਸ਼ਬਦ ਦੇ ਨਾਲ ਕੀ ਹੋਇਆ ਆ ਕਿ ਇਹ ਜੱਟ ਪੰਜਾਬੀ ਪਰਿਭਾਸ਼ਾ ਵਿੱਚ ਜਿਹੜਾ ਆਇਆ ਬਦਲਾਵ ਆ, ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਬਦਲਾਵ ਆਇਆ ਆ, ਉਸ ਬਦਲਾਵ ਨੇ ਬੇਸਿਕਲੀ ਆਖਰ ਦੇ ਵਿੱਚ ਸਾਨੂੰ ਕਿੱਥੇ ਆ ਕੇ ਖੜਾ ਕਰ ਦਿੱਤਾ। ਅੱਜ ਅਸੀਂ ਇਹ ਦੇਖ ਸਕਦੇ ਹਾਂ ਕਿ ਸਾਡੇ ਪੰਜਾਬੀ ਕਲਚਰ ਦੇ ਵਿੱਚ ਨਸ਼ੇ ਦੀ ਭਰਮਾਰ, ਹਥਿਆਰਾਂ ਦੀ ਭਰਮਾਰ। ਸਾਡੇ ਥੈਂਕ ਯੂ ਵੀਰ ਜੀ, ਇੰਨਾ ਮਾਣ ਦਿੰਦੇ ਹੋ ਮੈਨੂੰ ਜੋ ਮੈਂ ਕਦੇ ਵੀ ਨਹੀਂ ਭੁੱਲਣਾ। ਰੱਬ ਚੜ੍ਹਦੀ ਕਲਾ 'ਚ ਰੱਖੇ। ਕਿਉਂ ਨਾ ਕਰਾਂ। ਮੈਂ ਤੁਹਾਡੇ ਲਈ ਹੀ ਆਇਆ, ਮੈਂ ਤੁਹਾਡੀ ਹੀ ਕੇਅਰ ਕਰਨ ਲਈ ਆਇਆ ਹਾਂ। ਬਲਵਿੰਦਰ ਕੌਰ ਖਾਰੇ ਕਹਿੰਦੀ ਹੈ, ਮੇਰੀ ਇੱਕ ਗਜ਼ਲ ਦਾ ਸ਼ੇਰ ਆ, ਇੱਕ ਵੀ ਫੁੱਲ ਤੇ ਦੋਸ਼ ਦਾ ਮਤਲਬ ਸਾਰੇ ਹੀ ਗੁਲਜ਼ਾਰ ਦੀ ਗੱਲ ਹੈ। ਇੱਕ ਵੀ ਫੁੱਲ ਤੇ ਦੋਸ਼ ਦਾ ਮਤਲਬ ਸਾਰੇ ਹੀ ਗੁਲਜ਼ਾਰ ਦੀ ਗੱਲ ਹੈ। ਜੇ ਮੇਰੀ ਇੱਕ ਬਲਵਿੰਦਰ ਕੌਰ ਦੁਖੀ ਆ ਤੇ ਉਹ ਸਮਝ ਲਓ ਮੇਰਾ ਸਾਰੀਆਂ ਕੁੜੀਆਂ ਪੰਜਾਬ ਦੀਆਂ ਦੁਖੀ ਆ। ਜੇ ਇੱਕ ਕੁੜੀ ਦੁਖੀ ਆ, ਮੈਂ ਇੱਕ ਕੁੜੀ ਦਾ ਵੀ ਦੁੱਖ ਕਿਉਂ ਦੇਖਾਂ? ਮੈਂ ਉਹਦਾ ਇੱਕ ਕੁੜੀ ਦਾ ਦੁੱਖ ਵੀ ਹੱਲ ਕਰਨਾ ਹੈ, ਮੈਂ ਇੱਕ ਮੁੰਡੇ ਦਾ ਵੀ ਹੱਲ ਕਰਨਾ, ਮੈਂ ਇੱਕ ਬਜ਼ੁਰਗ ਨੂੰ ਵੀ ਲੈਣਾ ਆ। ਕਿਉਂਕਿ ਇਹਨਾਂ ਪੋਲੀਟੀਸ਼ੀਅਨਸ ਨੇ ਕੁਝ ਨਹੀਂ ਕਰਨਾ, ਇਹਨਾਂ ਨੇ ਨਾਅਰੇਬਾਜ਼ੀ ਕਰਨੀ ਆ। ਕੱਲ ਇੱਕ ਪ੍ਰਸ਼ਨ ਆਇਆ, ਮੈਂ ਸ਼ਰੇਆਮ ਇੱਕ ਪ੍ਰਸ਼ਨ ਦੇ ਸਾਹਮਣੇ ਖੜਾ ਤੇ ਲੋਕ ਇਹ ਸੋਚਦੇ ਪਏ ਆ ਕਿ ਇਹ ਇੱਕ ਪ੍ਰਸ਼ਨ ਬਾਰੇ ਦੀਪਕ ਪਾਰਸ ਜੀ ਹਾਈਪ ਹੋ ਰਹੇ ਆ। ਇਹ ਹਾਈਪ ਕਿਉਂ ਹੋ ਰਹੇ ਆ? ਕਿ ਇਹਨਾਂ ਦਾ ਮਾਈਂਡ ਵੀਕ ਆ ਜਾਂ ਇਹ ਕੀ ਆ? ਬੇਸਿਕਲੀ ਸ਼ਾਇਦ ਕੋਈ ਬੰਦੇ ਸਮਝਦੇ ਵੀ ਹੋਣ। ਨਹੀਂ, ਅਸਲ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਗੱਲ ਇਹਦੀ ਪਿੱਛੇ ਇਹਦੀ ਮਨੋਵਿਗਿਆਨਕ ਜਿਹੜਾ ਇਹਦਾ ਸੱਚ ਆ, ਮਨੋਵਿਗਿਆਨਿਕ ਸੱਚ ਇਹਦਾ ਇਹ ਆ ਕਿ ਜੇ ਮੈਂ ਇੱਕ ਪ੍ਰਸ਼ਨ ਤੇ ਵੀ ਲਾਈਵ ਹੋ ਰਿਹਾ ਆ, ਜੇ ਮੈਂ ਇੱਕ ਪ੍ਰਸ਼ਨ ਨੂੰ ਵੀ ਨਹੀਂ ਛੱਡਦਾ ਪਿਆ, ਇਹਦਾ ਮਤਲਬ ਕਿੰਨੀ ਇੰਪੋਰਟੈਂਸ ਹੋਏਗੀ ਉਸ ਗੱਲ ਦੀ। ਤੁਹਾਡੀ ਇੰਪੋਰਟੈਂਸ ਕਿੰਨੀ ਹੋਏਗੀ ਹਰ ਬੰਦੇ ਦੀ, ਮਾੜੇ ਚੰਗੇ, ਬਜ਼ੁਰਗ, ਬੱਚੇ, ਕਿਸੇ ਵੀ ਤਬਕੇ ਦੀ। ਪੰਜਾਬੀ ਦੇ ਵਿੱਚ, ਪੰਜਾਬੀ ਮਾਂ ਬੋਲੀ ਦੇ ਕਿਸੇ ਵਿਸ਼ੇ ਦੇ ਵਿੱਚ ਵੀ ਜੇ ਇੱਕ ਪ੍ਰਸ਼ਨ ਉੱਠੇਗਾ, ਉਹਦਾ ਜ਼ਿੰਮੇਵਾਰ ਤੁਹਾਡਾ ਦੀਪਕ ਪਾਰਸ ਆ। ਸ਼ਰੇਆਮ ਕਹਿ ਰਿਹਾ ਹਾਂ ਜ਼ਿੰਮੇਵਾਰ। ਤੁਹਾਡੇ ਐਡੇ ਪੋਲੀਟੀਸ਼ੀਅਨ ਜ਼ਿੰਮੇਵਾਰ ਨਹੀਂ ਆ। ਤੁਹਾਡੇ ਐਡੀਆਂ ਵੱਡੀਆਂ ਸੱਤਾਧਾਰੀ ਜ਼ਿੰਮੇਵਾਰੀਆਂ ਨਹੀਂ ਲੈ ਰਹੇ। ਤੁਹਾਡੇ ਐਡੇ ਤੁਹਾਡੇ ਐਡੇ ਵੱਡੇ ਤੁਹਾਡੇ ਐਡਮਿਨਿਸਟ੍ਰੇਟਰ, ਤੁਹਾਡੇ ਐਡੇ ਵੱਡੇ ਤੁਹਾਡੇ ਕਵੀ, ਤੁਹਾਡੇ ਐਡੇ ਵੱਡੇ ਸਾਹਿਤਕਾਰ, ਤੁਹਾਡੇ ਐਡੇ ਵੱਡੇ ਬੰਦੇ ਜਿਹੜੇ ਅਹੁਦਿਆਂ ਤੇ ਬੈਠੇ, ਉਹ ਤੁਹਾਡੀਆਂ ਗੱਲਾਂ ਨੂੰ ਕਿੱਦਾਂ ਸੁਣ ਕੇ ਅਣਜਾਣ ਕਰਦੇ ਆ, ਉਹ ਕਿੱਦਾਂ ਤੁਹਾਡੇ ਤੇ ਅਸੈਂਬਲੀਆਂ ਵਿੱਚ ਹੱਸਦੇ ਰੋਂਦੇ ਆ, ਉਹ ਤੁਸੀਂ ਦੇਖੋ। ਮੈਂ ਤੁਹਾਡਾ ਇੱਕ ਪ੍ਰਸ਼ਨ ਉੱਠਿਆ ਹੋਏ ਦਾ ਵੀ ਉੱਦਾਂ ਹੀ ਆਨਸਰ ਦਊਂਗਾ ਕਿ ਤੁਹਾਡੇ 1 ਲੱਖ ਪ੍ਰਸ਼ਨਾਂ ਦੇ ਬਰਾਬਰ ਹੋਊਗਾ। ਇਹੀ ਮੇਰਾ ਵੇ ਆ ਗੱਲ ਕਰਨ ਦਾ। ਸੋ ਅੱਜ ਜਿਹੜਾ ਮੇਰੇ ਸਾਹਮਣੇ ਬ੍ਰਾਂਡ ਆਇਆ, ਮੈਂ ਤੁਹਾਨੂੰ ਪਹਿਲਾਂ ਬ੍ਰਾਂਡ ਦਿਖਾ ਦੇਵਾਂ, ਪਹਿਲਾਂ ਤੁਹਾਨੂੰ ਉਹਦੀ ਸਾਰੀ ਚੀਜ਼ ਸਮਝਾ ਦੇਵਾਂ। ਇਹ ਕਿਉਂ ਇਹ ਚੀਜ਼ ਨੂੰ ਮੈਂ ਸਾਹਮਣੇ ਲੈ ਕੇ ਆਇਆ ਆ, ਔਰ ਮੈਨੂੰ ਕਿਉਂ ਲੈ ਕੇ ਆਉਣਾ ਪਿਆ ਇਹ ਗੱਲ ਨੂੰ, ਰਾਈਟ। ਇਹ ਇੱਕ ਸੈਕਿੰਡ ਲਈ ਮੈਂ 1 ਮਿੰਟ ਲਈ ਪਿੱਛੇ ਚੱਲ ਜਾਵਾਂ। Have you seen all? Or have you? Yeah. Yeah, just have a look, and if you need further any help, because I'm on live, so yeah, sorry about that. Yeah, and
ਰਾਈਟ। ਸੋ ਤੁਸੀਂ ਇੱਕ ਇਹ ਚੀਜ਼ ਦੇਖੋ ਕਿ ਮੈਂ ਆਹ ਦੇਖੋ ਤੁਹਾਡਾ ਬ੍ਰਾਂਡ, ਤੁਹਾਡਾ ਆਹ ਬ੍ਰਾਂਡ ਕਿਸੇ ਨੇ ਇਹ ਵਰਡ ਯੂਜ਼ ਕਰਕੇ ਉਹਨਾਂ ਨੂੰ ਪਤਾ ਆ ਅਸੀਂ ਲੋਕ ਕਿਸ ਤਰ੍ਹਾਂ ਦੇ ਆ, ਰਾਈਟ। ਆਹ ਜੱਟ ਲਾਈਫ ਵੋਡਕਾ, ਜੱਟ ਲਾਈਫ ਵੋਡਕਾ, ਜੱਟ ਲਾਈਫ, ਰਾਈਟ। ਆਹ ਉਹਦਾ ਬ੍ਰਾਂਡ ਆ, ਆਹ ਉਹਦਾ ਹੋਮ ਪੇਜ ਆ, ਇਹ ਕਿਸੇ ਕੰਪਨੀ ਦਾ, ਇਹ ਵਰਲਡ ਵਾਈਡ ਇੱਕ ਬ੍ਰਾਂਡ। ਇਹ ਆ ਦੇਖੋ, ਆ ਦੇਖੋ, ਇਹਦੇ ਵਿੱਚ ਤੁਸੀਂ ਜਾਓਗੇ ਤੇ ਤੁਹਾਨੂੰ ਦੇਖੇਗਾ ਆਹ 32 ਪਾਉਂਡ ਦੀ, ਰਾਈਟ। ਯੂਕੇ ਦੇ ਵਿੱਚ 190 ਪਾਉਂਡ ਦੀਆਂ 6 ਬੋਟਲਾਂ। ਅੱਛਾ, ਹੁਣ ਇਹਦੇ ਬਾਰੇ ਅਸੀਂ ਥੋੜੀ ਜਿਹੀ ਤਾਂ ਗੱਲ ਕਰਨੀ ਹੈ, ਕਿਉਂ, ਵਾਈ, ਇਹ ਕਿਉਂ ਹੋਇਆ। ਥੈਂਕ ਯੂ ਵੀਰ ਜੀ, ਇੰਨਾ ਮਾਣਦੇ ਹੋ ਤੁਸੀਂ। ਮੈਸੇਜ ਕਰੋ ਦੀਪ ਮੋਹਦੀਪ ਨੇ, ਇਹ ਕਿਉਂ ਪੋਸੀਬਲ ਹੋਇਆ, ਇੱਦਾਂ ਕਿਉਂ। ਇਹ ਜੱਟ ਵਰਡ ਕਦੇ ਕਿਸੇ ਕਮਿਊਨਿਟੀ ਬਾਰੇ ਇੱਦਾਂ ਸੁਣਿਆ ਤੁਸੀਂ ਕਿ ਕਦੇ ਕਿਸੇ ਕਮਿਊਨਿਟੀ ਦੇ ਵਿੱਚ ਕਦੇ ਵੀ ਕਿਸੇ ਰੇਸ, ਕਿਸੇ ਖਾਸ ਸ਼ਬਦ ਤੇ ਭਾਰ ਪਾ ਕੇ ਉਸ ਦਾ ਬ੍ਰਾਂਡ ਬਣਾਇਆ ਗਿਆ ਹੋਵੇ, ਉਸ ਦਾ ਵਪਾਰ ਕੀਤਾ ਹੋਵੇ। ਸਾਹਿਤਕ ਆਤਮਿਕ ਉਸਾਰੀ ਲਈ ਵੱਡੇ ਹਕੀਮ ਹੁੰਦੇ ਹਨ। ਸੋ ਬਲਵਿੰਦਰ ਦਾ ਇਹਨਾਂ ਨਾਲ ਸੰਪਰਕ ਯਕੀਨਨ ਫਾਇਦੇਮੰਦ ਹੀ ਰਹੇਗਾ, ਇਹ ਤਰਲੋਚਨ ਦੁੱਗਲ ਜੀ ਨੇ ਕਿਹਾ। ਤੁਸੀਂ ਇਹ ਦੇਖੋ, ਮੈਂ ਪਹਿਲਾਂ ਤੁਹਾਨੂੰ ਪ੍ਰਸ਼ਨ ਕਰਾਂ, ਤੁਸੀਂ ਵੀ ਪ੍ਰਸ਼ਨ ਅੱਗੇ ਕਰੋ। ਅੱਛਾ ਜੀ, ਜੱਟ ਸ਼ਬਦ ਦੀ ਪਰਿਭਾਸ਼ਾ ਵਿੱਚ ਆਇਆ ਬਦਲਾਵ, ਜੱਟ ਸ਼ਬਦ ਦੀ ਪਰਿਭਾਸ਼ਾ ਵਿੱਚ ਆਇਆ ਬਦਲਾਵ। ਤੁਸੀਂ ਦੇਖੋ, ਧੰਨਾ ਜੱਟ ਸੀ, ਧੰਨਾ ਜੱਟ ਤੇ ਧੰਨਾ ਜੱਟ ਤੁਸੀਂ ਥੋੜਾ ਜਿਹਾ ਦਿਮਾਗ ਤੇ ਬੋਝ ਪਾਓ। ਧੰਨਾ ਜੱਟ, ਠੀਕ ਹੈ, ਧੰਨਾ ਜੱਟ ਆਪਾਂ ਇੱਥੇ ਕਲੌਜ਼ ਪਾ ਦਿੰਦੇ ਆ, ਇੱਥੇ ਰੁਕਦੇ ਆ ਇਸ ਵਰਡ ਤੇ, ਧੰਨਾ ਜੱਟ। ਤੇ ਇਸ ਤੋਂ ਬਾਅਦ ਅਸੀਂ ਕਹਿੰਦੇ ਆ ਮੂਸੇ ਵਾਲਾ ਜੱਟ। ਅਸੀਂ ਫਿਰ ਕਹਿੰਦੇ ਆ ਆਪਾਂ, ਮੈਂ ਤੁਹਾਨੂੰ ਸੌਂਗ ਸੁਣਾਉਣਾ ਹੈ ਇਹਦੇ ਤੇ, ਜੱਟ ਲਾਈਫ ਤੇ ਜਿਹੜਾ ਸੌਂਗ ਆਇਆ ਹੈ ਮੈਂ ਤੁਹਾਨੂੰ ਉਹ ਵੀ ਸੁਣਾਉਣਾ ਹੈ ਥੋੜਾ ਜਿਹਾ। ਤੇ ਤੁਸੀਂ ਦੇਖੋ ਇਹ ਜਿਹੜਾ ਪਰਿਵਰਤਨ ਆਇਆ ਆ, ਇਹ ਜਿਹੜੇ ਅਸਲੇ ਆਏ ਆ, ਜੱਟ ਸ਼ਬਦ ਨਾਲ ਵਰਤੇ ਗਏ। ਤੁਸੀਂ ਥੋੜਾ ਜਿਹਾ ਤੁਸੀਂ ਇੱਥੇ ਮੈਸੇजेस ਕਰੋ ਤਾਂ ਕਿ ਮੈਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਅਸਲ ਦੇ ਵਿੱਚ ਤੁਸੀਂ ਵੀ ਕੀ ਮਹਿਸੂਸ ਕਰਦੇ ਪਏ ਹੋ, ਤੁਸੀਂ ਵੀ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਅਸਲ ਵਿੱਚ ਸਾਡੀ ਜਿਹੜੀ ਸਭ ਤੋਂ ਰੀੜ੍ਹ ਦੀ ਹੱਡੀ ਹੈ ਨਾ, ਸਾਡੀ ਪੰਜਾਬੀ ਮਾਂ ਬੋਲੀ ਦੀ ਜਿਹੜੀ ਸੱਭਿਆਚਾਰਕ ਰੀੜ੍ਹ ਦੀ ਹੱਡੀ ਹੈ ਨਾ, ਉਹ ਸੀਗੀ, ਉਹ ਲੋਕ ਵਿਰਸਾ ਸੀਗਾ ਸਾਡਾ। ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਾਰਟ ਸੀਗਾ ਉਹ ਜੱਟ ਸੀਗਾ, ਜੱਟ ਜ਼ਿਮੀਂਦਾਰ, ਜੱਟ ਕਿਸਾਨ, ਰਾਈਟ। ਤੁਸੀਂ ਅੱਜ ਕਿਸਾਨ ਦਾ ਰੌਲਾ ਦੇਖਦੇ ਪਏ ਹੋ ਨਾ, ਜਿਹੜਾ ਅੰਦੋਲਨ ਚੱਲਦਾ ਪਿਆ ਆ, ਇਹ ਸਾਡੀ ਰੀੜ ਸੀਗੀ, ਸਾਡਾ ਬੇਸਿਕਲੀ ਸਮਾਜ ਦਾ, ਸੱਭਿਆਚਾਰ ਦਾ ਬੇਸਿਕ ਧੁਰਾ ਸੀਗਾ, ਸੈਂਟਰ ਪੁਆਇੰਟ ਸੀਗਾ, ਕੋਰ ਪੁਆਇੰਟ ਜਿਹਨੂੰ ਕਹਿੰਦੇ ਆ। ਤੁਸੀਂ ਦੇਖ ਲਓ, ਤੁਸੀਂ ਰੀੜ ਦੀ ਹੱਡੀ ਨੂੰ ਤੁਸੀਂ ਬਿਲਕੁਲ ਸਮਝ ਲਓ ਲਗਭਗ ਉਹਨੂੰ ਐਡਾ ਕੈਂਸਰ ਹੋ ਗਿਆ ਹੋਇਆ ਆ, ਐਡਾ ਵੱਡਾ ਕੈਂਸਰ ਆ। ਕਦੇ ਤੁਸੀਂ ਇਹ ਸੁਣਿਆ ਰੀੜ ਦੀ ਹੱਡੀ ਨੂੰ ਕੈਂਸਰ ਹੋਣਾ? ਤੁਸੀਂ ਕਦੇ ਸੁਣਿਆ ਨਹੀਂ ਹੋਊਗਾ। ਰੀੜ ਦੀ ਹੱਡੀ ਦਾ ਕੈਂਸਰ ਤੁਸੀਂ ਅਗਰ ਸੁਣਿਆ ਹੋਵੇ, ਤੁਹਾਨੂੰ ਪਤਾ ਹੋਵੇ, ਤੁਸੀਂ ਅਗਰ ਸਟੱਡੀ ਕਰੋ ਰੀੜ ਦੀ ਹੱਡੀ ਦਾ, ਬੋਨ ਦਾ ਜਿਹੜਾ ਕੈਂਸਰ ਹੁੰਦਾ ਆ, ਬੈਕਬੋਨ ਦਾ ਕੈਂਸਰ, ਉਹਦੇ ਵਿੱਚ ਤਾਂ ਕੋਈ ਚਾਂਸ ਨਹੀਂ ਬਚਣ ਦਾ। ਦੇयर इज नो ਚਾਂਸ ਬਿਕੋਜ਼ ਆਫ ਉਹ ਪੂਰੇ ਸਟਰਕਚਰ ਆ, ਪੂਰਾ ਬਾਡੀ ਦਾ ਸਪਾਈਨਲ ਕੋਡ ਪੂਰਾ ਸਟਰਕਚਰ ਨੂੰ ਖਤਮ ਕਰ ਦਿੰਦਾ, ਫਿਨਿਸ਼ ਕਰ ਦਿੰਦਾ ਆ, ਤੇ ਬੰਦਾ ਆਪਣੇ ਆਪ ਹੀ ਫਿਨਿਸ਼ ਹੋ ਜਾਂਦਾ ਆ, ਕਿਉਂਕਿ ਉਹਦੀਆਂ ਸਾਰਾ ਫੈਲ ਜਾਂਦਾ ਆ ਬਾਡੀ ਦੇ ਅੰਦਰ। ਅੱਛਾ, ਜੱਟ ਸ਼ਬਦ ਦੀ ਪਰਿਭਾਸ਼ਾ ਵਿੱਚ ਆਇਆ ਬਦਲਾਵ। ਤੀਸਰਾ ਪ੍ਰਸ਼ਨ ਇਹ ਹੈ ਕਿ ਜੱਟ ਸ਼ਬਦ ਦੇ ਆਏ ਬਦਲਾਵ ਦੇ ਕਾਰਨ, ਜੱਟ ਸ਼ਬਦ ਦੇ ਆਏ ਬਦਲਾਵ ਦੇ ਕਾਰਨ, ਠੀਕ ਹੈ। ਅੱਛਾ, ਇਸ ਤੋਂ ਬਾਅਦ ਇਹ ਹੋਇਆ ਆ, ਇਹ ਆਪਣੇ 1 ਸੈਕਿੰਡ ਲਈ ਮੈਂ ਲਾਈਵ ਹੋ ਰਿਹਾ ਤੁਹਾਡੇ ਨਾਲ। ਅੱਛਾ, ਮੈਂ ਬਾਹਰ ਆ ਗਿਆ ਆ, ਮੈਂ ਬਾਹਰ ਆ ਗਿਆ ਤੁਹਾਡੇ ਨਾਲ, ਤੇ ਮੈਂ ਹੁਣ ਬਾਹਰ ਆ ਕੇ ਤੁਹਾਡੇ ਨਾਲ ਗੱਲਾਂ ਕਰਦਾ ਪਿਆ, ਓਕੇ। ਅੱਛਾ, ਜੱਟ ਸ਼ਬਦ ਦੇ ਆਏ ਬਦਲਾਵਾਂ ਦਾ ਜ਼ਿੰਮੇਵਾਰ ਕੌਣ? ਇਹਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰਦਾ ਪਿਆ ਆ ਕਿ ਇਹਦੇ ਵਿੱਚ ਜ਼ਿੰਮੇਵਾਰ ਕੌਣ ਆ, ਕੌਣ ਜ਼ਿੰਮੇਵਾਰੀ ਲੈ ਰਿਹਾ ਆ। 73 ਸਾਲ ਦੇ ਵਿੱਚ ਜੋ ਸੱਭਿਆਚਾਰ ਦੇ ਵਿੱਚ ਬਦਲਾਵ ਆਇਆ ਸਾਡੇ, ਰਾਈਟ, ਉਹਦੇ ਵਿੱਚ ਅਸਲ ਦੇ ਵਿੱਚ ਜ਼ਿੰਮੇਵਾਰ ਕੌਣ ਆ? ਅੱਛਾ, ਚੌਥੇ ਨੰਬਰ ਤੇ ਹੈ ਜੱਟ ਸ਼ਬਦ ਦੇ ਆਏ ਬਦਲਾਵਾਂ ਦਾ ਜ਼ਿੰਮੇਵਾਰ ਕੌਣ? ਲੋਕ ਜ਼ਿੰਮੇਵਾਰ ਆ, ਸਾਹਿਤਕਾਰ ਜ਼ਿੰਮੇਵਾਰ ਆ, ਗਾਇਕ ਜ਼ਿੰਮੇਵਾਰ ਆ, ਸੱਭਿਆਚਾਰ ਦੇ ਲੇਖਕ ਜ਼ਿੰਮੇਵਾਰ ਆ, ਸਾਡੇ ਪੰਜਾਬੀ ਲੇਖਕ ਜ਼ਿੰਮੇਵਾਰ ਆ, ਜਾਂ ਰਾਜਨੀਤਿਕ ਢਿੱਲ ਜੋ ਅਸੀਂ ਬਹੁਤ ਵਾਰੀ ਲੋਕਤਾਂਤਰਿਕ ਹੋਣ ਦੀ ਦਲੀਲ ਦਿੰਦੇ ਹੋਏ ਅਸੀਂ ਕਰਦੇ ਹਾਂ।
ਅਸੀਂ ਜਿਹੜੀ ਦਲੀਲ ਦਿੰਨੇ ਆ ਅਸੀਂ ਲੋਕਤੰਤਰ ਆ, ਅਸੀਂ ਇੱਕ ਡੈਮੋਕ੍ਰੇਸੀ ਆ। ਅਸੀਂ ਡੈਮੋਕ੍ਰੇਸੀ ਦੇ ਅੰਦਰ ਰਹਿ ਕੇ ਅਸੀਂ ਇਹ ਜਦੋਂ ਸਾਰੀਆਂ ਗੱਲਾਂ ਕਰਦੇ ਆ, ਇਹਨੇ ਕੀ ਸਾਨੂੰ ਕਿੱਥੇ ਤੱਕ ਪਹੁੰਚਾਇਆ ਆ। ਸਾਡੀ ਅਸਲ ਦੇ ਵਿੱਚ ਜਿਹੜੀ ਸਾਡਾ ਜਿਹੜਾ ਕਲਚਰ ਚੇਂਜ ਹੋਈ ਆ, ਜਿਹੜਾ ਸਾਡਾ ਕਲਚਰ, ਸਾਡਾ ਸੱਭਿਆਚਾਰ ਬਦਲਿਆ ਆ, ਉਹਦੇ ਵਿੱਚ ਜੱਟ ਸ਼ਬਦ ਦਾ ਕਾਰਨ ਕੀ ਆ? ਜੱਟ ਸ਼ਬਦ ਦਾ ਸਿੰਬਲ ਆ, ਇਹਦਾ ਇੱਕ ਇਹਨੂੰ ਇੱਕ ਪ੍ਰਤੀਕ ਕਰੋ, ਇਹਨੂੰ ਇੱਕ ਸਾਡੀ ਕਿਰਸਾਨੀ, ਸਾਡੀ ਜੱਟ ਦੇ ਪ੍ਰਤੀਕ ਦਾ ਮਤਲਬ ਆ ਸਾਡੀ ਸਟਰੈਂਥ, ਸਾਡੀ ਬੈਕਬੋਨ, ਸਾਡੀ ਸਭ ਤੋਂ ਵੱਡੀ ਸਟਰੈਂਥ ਨੂੰ ਇਹਨਾਂ ਨੇ ਪ੍ਰੋਪਰ ਵੀਕ ਕੀਤਾ, ਇਹਨਾਂ ਨੇ ਪ੍ਰੋਪਰ ਕਮਜ਼ੋਰ ਕੀਤਾ। ਅੱਛਾ, ਕੀਤਾ ਕਿਸੇ ਬਾਹਰਲੇ ਬੰਦੇ ਨਹੀਂ ਆ। ਮੋਦੀ ਤਾਂ ਹੁਣ 5-7 ਸਾਲ ਤੋਂ ਆਇਆ ਆ, ਪਰ 73 ਸਾਲ ਪਹਿਲਾਂ ਤਾਂ ਮੋਦੀ ਨਹੀਂ ਸੀਗਾ, 20 ਸਾਲ ਪਹਿਲਾਂ ਤਾਂ ਮੋਦੀ ਨਹੀਂ ਸੀਗਾ, 20 ਸਾਲ ਪਹਿਲਾਂ, 73 ਸਾਲ ਪਹਿਲਾਂ, ਜਾਂ ਇਹ ਲੋਕ ਪਹਿਲਾਂ ਨਹੀਂ ਸੀਗੇ, ਰਾਈਟ? ਇਹ 20 ਸਾਲ ਪਹਿਲਾਂ ਕੌਣ ਸੀਗਾ? ਅੱਛਾ, 1 ਮਿੰਟ ਲਈ ਇਹ ਪੂਰੀ ਇੱਕ ਐਸਟੈਬਲਿਸ਼ਮੈਂਟ ਨੇ ਚੇਂਜ ਹੁੰਦੀ ਆ। ਇਹ ਇੱਕ ਬੰਦਾ ਨਹੀਂ ਕਰਦਾ ਬੇਸਿਕਲੀ ਇਹਨੂੰ, ਇਹ ਪੂਰੀ ਐਸਟੈਬਲਿਸ਼ਮੈਂਟ, ਪੂਰੀ ਅਥਾਰਟੀਜ਼ ਇਹਦੇ ਮਗਰ ਲੱਗਦੀਆਂ ਆ, ਫਿਰ ਜਾ ਕੇ ਇਹ ਗੱਲ ਅੱਗੇ ਜਾਂ ਡਿਵੈਲਪ ਹੁੰਦੀ ਆ। ਸੋ ਇਹ ਜਿਹੜੀ ਡਿਵੈਲਪ ਹੋਈ ਆ, ਜਿੰਨੇ ਅਸਲ ਦੇ ਵਿੱਚ ਸਾਨੂੰ ਖਤਮ ਕੀਤਾ, ਸਾਨੂੰ ਖਤਮ ਦਾ ਮਤਲਬ ਖਤਮ, ਮੈਂ ਖਤਮ ਟਰਮ ਕਹਿ ਰਿਹਾ ਆ। ਤੁਸੀਂ ਕਦੇ ਵੀ ਕਿਸਾਨਾਂ ਵਾਲੀ ਜੰਗ ਜਿੱਤ ਨਹੀਂ ਪਾਓਗੇ। ਮੈਨੂੰ ਸਮਝ ਲਓ ਕਿ ਮੇਰੇ ਸਾਰੇ ਹਿਸਾਬ ਕਿਤਾਬ ਜੋੜ ਤੋੜ ਹੋ ਜਾਣਗੇ, ਅਕਲੀ ਬਿਲਕੁਲ ਖਤਮ ਹੋ ਜਾਣਗੇ। ਅਸੀਂ ਕਿਉਂ ਨਹੀਂ ਕਿਉਂਕਿ ਤੁਹਾਡਾ ਇਹ ਫਾਈਨਲ ਟੈਸਟ ਚੱਲਦਾ ਪਿਆ ਆ। ਮੈਂ ਪਹਿਲਾਂ ਵੀ ਕਿਹਾ ਆ, ਤੁਹਾਡਾ ਇਹ ਬਿਲਕੁਲ ਫਾਈਨਲ ਟੈਸਟ ਤੇ ਤੁਸੀਂ ਚੱਲਦੇ ਪਏ ਹੋ। ਫਾਈਨਲ ਟੈਸਟ ਕਿਉਂ ਕਹਿ ਰਿਹਾ ਆ? ਕਿਉਂਕਿ ਤੁਹਾਡੀ ਸਾਰੀ ਸਟਰੈਂਥ ਚੈੱਕ ਕਰਦੇ ਪਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਜਰਵਾਲ ਆਗੇ ਹੋਇਆ ਜੀ, ਇਹ ਸਰਦਾਰ ਭੀਮ ਸਿੰਘ ਗੁੱਜਰਵਾਲ ਆਗੇ ਹੋਇਆ ਜੀ, ਫਤਿਹ ਉਹਨਾਂ ਨੇ ਬੁਲਾਈ। ਤੁਹਾਡੀ ਸਾਰੀ ਸਟਰੈਂਥ ਚੈੱਕ ਹੋ ਰਹੀ ਹੈ, ਲਗਾਤਾਰ ਤੁਹਾਡੀ ਸਾਰੀ ਸਟਰੈਂਥ ਚੈੱਕ ਹੋ ਰਹੀ ਹੈ, ਤੁਹਾਡੀ ਤਾਕਤ ਚੈੱਕ ਹੋ ਰਹੀ ਹੈ, ਤੁਹਾਡੇ ਅੰਦਰ ਕਿੰਨੀ ਸਟਰੈਂਥ ਆ ਉੱਥੇ ਖੜਨ ਦੀ। ਅਸਲ ਦੇ ਵਿੱਚ ਤੁਹਾਡੇ ਨਾਲ ਮਹੀਨਾ ਤਾਂ ਹੋ ਗਿਆ, 1 ਮਹੀਨਾ ਉਹਨਾਂ ਨੇ ਹੋਰ ਕਢਵਾਉਣਾ ਹੈ ਤੁਹਾਡਾ। ਤੁਸੀਂ ਬੇਸਿਕਲੀ, ਤੁਹਾਨੂੰ ਇੱਥੋਂ ਹੀ ਪਤਾ ਲੱਗਣਾ ਆ ਕਿ ਸਾਡੀ ਵਿਰਾਸਤ ਕਿੱਥੇ ਪਹੁੰਚ ਗਈ ਹੋਈ ਆ। ਅਸੀਂ ਜਿੰਨੇ ਮਰਜ਼ੀ ਨਾਰੇ ਲਾਈ ਜਾਈਏ, ਸਾਡਾ ਜਿਹੜਾ ਹੁਣ ਬ੍ਰਾਂਡ ਆਇਆ ਆ, ਮੈਂ ਤੁਹਾਡੇ ਨਾਲ ਉੱਥੋਂ ਪਹਿਲਾਂ ਗੱਲ ਕਰਦਾ ਹਾਂ। ਜਿਹੜਾ ਬ੍ਰਾਂਡ ਆ ਸ਼ਰਾਬ ਕਿਸ ਕਲਚਰ ਦਾ ਪਾਰਟ ਹੁੰਦਾ ਆ? ਸ਼ਰਾਬ ਕਿਸ ਕਲਚਰ ਦਾ ਪਾਰਟ ਹੁੰਦਾ ਆ? ਤੁਹਾਨੂੰ ਅਗਰ ਤੁਸੀਂ ਯੂਰਪ ਦੇ ਵਿੱਚ ਹੋਵੋ ਨਾ, ਜਿੱਥੇ ਸ਼ਰਾਬ ਜਿੱਥੇ ਸ਼ਰਾਬ ਸੁਬਾਹ ਤੋਂ ਹੀ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਆ ਸਲੋਵਾਕੀਅਨ, ਇੱਥੇ ਦੇ ਚੈਕੋ ਸਲੋਵਾਕੀਅਨ ਪੀਪਲ, ਈਸਟ ਯੂਰਪ ਦੇ ਬੰਦੇ ਆ, ਉਹਨਾਂ ਦੀਆਂ ਨਸਲਾਂ ਖਤਮ ਹੋ ਗਈਆਂ। ਉਹਨਾਂ ਦੀਆਂ ਹਿਸਟਰੀਆਂ ਪੜ੍ਹੋ, ਤੁਸੀਂ ਦਹਿਲ ਜਾਓਗੇ। ਅੱਜ ਤੋਂ 100, 200, 300 ਸਾਲ ਪਹਿਲਾਂ ਉਹਨਾਂ ਦੀਆਂ ਤੁਸੀਂ ਅਗਰ ਹਿਸਟਰੀਆਂ ਪੜ੍ਹੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਉਹ ਕੌਣ ਬੰਦੇ ਸੀਗੇ। ਸਲੋਵਾਕੀਅਨ ਬੰਦੇ, ਚੈਕ ਰਿਪਬਲਿਕ ਦੇ ਬੰਦੇ, ਤੁਹਾਨੂੰ ਈਸਟਰਨ ਕੰਟਰੀਜ਼ ਬਿਲਕੁਲ ਫਿਨਿਸ਼ ਮਿਲਣਗੀਆਂ, ਬਿਲਕੁਲ ਖਤਮ। ਉਹ ਬਿਲਕੁਲ ਖਤਮ ਦਾ ਮਤਲਬ ਸਵੇਰ 4 ਵਜੇ 5 ਵਜੇ ਉਹ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਆ। ਦੁੱਗਲ ਜੀ ਤੁਹਾਡੇ ਕੋਲ ਬੈਠੇ ਹੋਏ ਤੁਹਾਨੂੰ ਮੈਸੇਜ ਕਰ ਸਕਦੇ ਆ ਕਿ ਮੈਂ ਕੀ ਗੱਲ ਗਲਤ ਕਹਿ ਰਿਹਾ ਆ। ਇਹਨਾਂ ਨੂੰ ਪਤਾ ਆ, ਇਹ ਇੱਥੋਂ 60 ਸਾਲ ਤੋਂ ਇੱਥੇ ਰਹਿ ਰਹੇ ਆ ਯੂਕੇ ਦੇ ਵਿੱਚ, ਠੀਕ ਹੈ ਨਾ। ਮੈਂ ਤਾਂ ਚਲੋ ਫਿਰ ਵੀ 17 ਸਾਲ ਹੋਏ ਆ ਯੂਕੇ ਵਿੱਚ ਆਏ ਨੂੰ। ਅੱਛਾ, ਮੁਕੇਸ਼ ਦੀਪਕ ਪਾਰਸ ਆ ਗਏ ਆ। ਦੀਪ ਮੋਹਦੀਪ ਕਹਿ ਰਹੇ ਆ, ਵੀਰ ਜੀ ਇਹ ਦੋ ਤੁਸੀਂ ਦੱਸ ਦਿਓ। ਸਭ ਸਾਹਿਤਕ ਇਤਿਹਾਸਕ ਲਿਖਤੀ ਕਿਰਤ ਹੋ ਸਕਦੀ ਹੈ ਵੀਰ ਜੀ, ਪਰ ਨਾਲ ਹੱਲ ਵੀ ਦੱਸੇ ਜਾਣ ਵੀਰ ਜੀ, ਤੇ ਉਹ ਕਿਰਤ ਹਰ ਕਿਸੇ ਤੱਕ ਪਹੁੰਚਣੀ ਚਾਹੀਦੀ ਹੈ। ਹੁਣ ਹੱਲ ਕੀ ਹੋਵੇ ਇਹ ਸਭ ਮੁਸ਼ਕਿਲਾਂ ਦਾ? ਮੈਂ ਦੱਸਦਾ ਹੱਲ ਕੀ ਹੋਵੇ। ਤੁਹਾਨੂੰ ਪਹਿਲਾਂ ਤਾਂ ਮੈਨੂੰ ਪੂਰੀ ਗੱਲ ਕਰ ਲੈਣ ਦਿਓ। ਦੁੱਗਲ ਸਾਹਿਬ ਇੱਥੇ ਬੈਠੇ ਹੋਏ ਆ, ਇਹਨਾਂ ਨੂੰ ਪੁੱਛੋ, ਜਿਹੜੇ ਬੰਦੇ ਸ਼ਰਾਬ ਨੂੰ ਗਲੋਰੀਫਾਈ ਜਿਨ੍ਹਾਂ ਨੇ ਕੀਤਾ, ਜਿਨ੍ਹਾਂ ਦਾ ਸ਼ਰਾਬ ਸੱਭਿਆਚਾਰ ਰਿਹਾ, ਅੱਜ 2020 ਦੇ ਵਿੱਚ ਯੂਕੇ ਦੇ ਵਿੱਚ ਜਿਹੜੇ ਸਲੋਵਾਕੀਅਨ ਰਹਿੰਦੇ ਆ, ਉਹ ਕਿੱਦਾਂ ਰਹਿੰਦੇ ਆ ਸਲੋਵਾਕੀਅਨ? ਮੈਂ ਦੱਸਦਾ ਆ। ਸਲੋਵਾਕੀਅਨ ਇੱਥੇ ਇਹ ਵੀ ਡਿਸਕਸ ਕਰਨਗੇ। ਸਲੋਵਾਕੀਅਨ ਈਸਟਰਨ ਯੂਰੋਪੀਅਨ ਜਿਹੜੇ ਸੁਬਾਹ ਤੋਂ ਸ਼ਰਾਬ ਪੀਂਦੇ ਆ ਲਗਾਤਾਰ, ਜਿਨ੍ਹਾਂ ਦੇ ਕਲਚਰ ਦੇ ਅੰਦਰ ਸ਼ਰਾਬ ਆ ਗਈ, ਉਹਨਾਂ ਦਾ ਕੀ ਹਸ਼ਰ ਹੋਇਆ? ਉਹਨਾਂ ਦੇ ਇਹ ਹਸ਼ਰ ਹੋਇਆ ਕਿ ਉਹ ਬੇਸਿਕਲੀ ਤੁਹਾਨੂੰ ਇੱਥੇ ਨਾ
ਇੱਥੇ ਤੁਹਾਨੂੰ ਬਹੁਤ ਕਾਮਨ ਆ ਬੰਦੇ, ਤੁਹਾਨੂੰ ਇੱਥੇ ਮੰਗਤੇ ਮਿਲਦੇ ਆ, ਤੁਹਾਨੂੰ ਸਲੋਵਾਕੀਅਨ, ਤੁਹਾਡੇ ਲਈ ਇੱਥੇ ਦੀ ਜਿਹੜੀ ਵੇਜ ਦਾ ਸਕੇਲ ਆ ਉਹ 4 ਜਾਂ 5,000 ਜਾਂ 8,000 ਰੁਪਇਆ ਪਰ ਦਿਨ ਵਾ, ਸਪੋਜ਼ ਫੋਰ ਐਗਜ਼ਾਮਪਲ, ਰਾਈਟ। ਉਹਦੇ ਵਿੱਚੋਂ ਬੇਸਿਕਲੀ ਉਹ 2,000 ਰੁਪਏ ਵਿੱਚ ਵੀ ਕੰਮ ਕਰ ਲੈਂਦੇ ਆ, 2000 ਵਿੱਚ ਵੀ ਕੰਮ ਕਰ ਲੈਂਦੇ। ਉਹਨੂੰ ਸਵੇਰ ਤੋਂ ਸ਼ਰਾਬ ਪਿਲਾ ਦਿਓ, ਤੁਸੀਂ ਉਹਦੇ ਕੋਲ ਸਾਰਾ ਦਿਨ ਕੰਮ ਲਈ ਜਾਓ। ਮੀਨਸ ਨਸ਼ੇ ਦਾ ਮਤਲਬ ਆ ਕਿ ਅੱਜ ਪੰਜਾਬ ਦੇ ਵਿੱਚ, ਹਿੰਦੁਸਤਾਨ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਆ। ਉਹ ਨਸ਼ਾ ਸਿਰਫ ਇਸ ਕਰਕੇ ਨਹੀਂ ਕਿ ਨਸ਼ਾ ਆ, ਉਹ ਨਸ਼ਾ ਇਸ ਕਰਕੇ ਆ ਕਿ ਉਸ ਨਸ਼ੇ ਦੇ ਨਾਲ ਨਸਲਕੁਸ਼ੀ ਜਿਹੜੀ ਹੋ ਰਹੀ ਆ, ਉਸ ਨਸ਼ੇ ਨਾਲ ਜਿਹੜੀ ਖਤਮ ਕਰਨਾ ਆ, ਜਿਹੜਾ ਬੇਸਿਕਲੀ ਤੁਹਾਡੇ ਸਾਰੀ ਗੱਲ ਨੂੰ ਉਹਨਾਂ ਨੇ ਖਤਮ ਕਰਨਾ ਆ। ਇਸ ਤੋਂ ਬਾਅਦ ਹੁਣ ਅਸੀਂ ਇਸ ਦੇ ਹੱਲ ਵੱਲ ਵੀ ਢੂੰਡਦੇ ਹਾਂ। ਹੱਲ ਵੱਲ ਇਹ ਆ ਕਿ ਹੱਲ ਤੁਹਾਡਾ ਨਿਕਲ ਤਾਂ ਨਹੀਂ ਸਕਦਾ, ਐਕਚੁਅਲੀ ਵੈਸੇ ਮੇਰੇ ਅਕੋਰਡਿੰਗ ਤਾਂ ਨਹੀਂ ਨਿਕਲ ਸਕਦਾ। ਤੁਸੀਂ ਕਹੋਗੇ ਤੁਸੀਂ ਇੰਨੇ ਨੈਗੇਟਿਵ ਨਾ ਹੋਵੋ, ਪਰ ਨੈਗੇਟਿਵ ਹੋਣ ਦੀ ਗੱਲ ਨਹੀਂ ਆ। ਤੁਹਾਡੀ ਜਿਹੜੀ ਪੋਲੀਟੀਕਲ ਵਿਲ ਆ ਤੁਹਾਡੇ ਕੋਲੋਂ, ਤੁਸੀਂ ਪੋਲੀਟੀਕਲ ਪਾਰਟੀਜ਼ ਚੂਜ਼ ਕਰਦੇ ਪਏ ਆ, ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਮੇਜਰ ਫਾਲਟ ਆ, ਜਿਹੜਾ ਫਲੋ ਆ, ਜਿਹਨੂੰ ਅਸੀਂ ਉਹਦਾ ਕਾਰਨ ਕਹਿੰਦੇ ਆ, ਤੁਹਾਡੀਆਂ ਪੋਲੀਟੀਕਲ ਪਾਰਟੀਜ਼ ਜਿਹੜੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪਾਵਰ ਹੁੰਦੀ ਆ, ਉਹ ਖੁਦ ਨਹੀਂ ਚਾਹੁੰਦੀਆਂ। ਉਹ 73 ਸਾਲ ਤੋਂ ਉਹ ਖੁਦ ਹੀ ਨਹੀਂ ਚਾਹੁੰਦੀਆਂ ਕਿ ਤੁਸੀਂ ਅਸਲ ਦੇ ਵਿੱਚ ਇੱਕ ਜ਼ਿੰਦਾ ਕੌਮ ਰਹੋ। ਉਹ ਖੁਦ ਹੀ ਨਹੀਂ ਚਾਹੁੰਦੀਆਂ ਤੁਹਾਡੇ ਨਾਲ। ਅਸਲ ਵਿੱਚ ਤੁਹਾਡੇ ਆਪਣੇ ਹੀ ਦੁਸ਼ਮਣ ਤੁਹਾਡੇ ਆਪਣੇ ਹੀ ਘਰ ਦੇ ਅੰਦਰ ਆ। ਜਿੰਨੀ ਦੇਰ ਤੱਕ ਤੁਹਾਡਾ ਦੁਸ਼ਮਣ ਤੁਹਾਡਾ ਆਪਣਾ ਆ, ਅਸਲ ਦੇ ਵਿੱਚ ਤੁਸੀਂ ਉਸ ਤੋਂ ਬਚ ਨਹੀਂ ਸਕਦੇ, ਕਿਉਂਕਿ ਤੁਸੀਂ 24 ਘੰਟੇ ਉਹਨਾਂ ਦੇ ਇਰਦ ਗਿਰਦ ਰਹਿੰਦੇ ਹੋ। ਤੁਸੀਂ ਆਪਣਾ ਦੁਸ਼ਮਣ ਆਪ ਹੀ ਚੁਣਦੇ ਹੋ। ਤੁਸੀਂ ਹਰ 5 ਸਾਲ ਬਾਅਦ ਆਪਣਾ ਦੁਸ਼ਮਣ ਆਪ ਚੁਣਦੇ ਹੋ। ਹੁਣ ਅੱਗੇ ਗੱਲ ਇਹ ਆ ਗਈ ਕਿ ਇਹਦਾ ਹੱਲ ਕੀ ਨਿਕਲੇ। ਇਹਦਾ ਹੱਲ ਸਿੰਪਲ ਆ, ਇੱਕ ਸਾਦਿਆਂ ਲਫ਼ਜ਼ਾਂ ਦੇ ਵਿੱਚ ਇਹਦਾ ਹੱਲ ਇਹ ਆ ਕਿ ਜਿੰਨੀ ਦੇਰ ਤੱਕ ਤੁਹਾਡੇ ਸੱਭਿਆਚਾਰ ਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਇਸ ਚੀਜ਼ ਨੂੰ ਸਟਰੋਂਗ ਤਰੀਕੇ ਨਾਲ ਤੁਸੀਂ ਅੱਗੇ ਜਗਦੀਪ ਸਿੰਘ ਆਗੇ ਹੋਏ ਆ, ਸਤਿ ਸ੍ਰੀ ਅਕਾਲ ਜੀ, ਮੁਕੇਸ਼ ਦੀਪਕ ਪਾਰਾ ਸਤਿ ਸ੍ਰੀ ਅਕਾਲ। ਤੁਸੀਂ ਜਿੰਨੀ ਦੇਰ ਤੱਕ ਇਹਨੂੰ ਡਿਸਮੈਂਟਲ ਨਹੀਂ ਕਰਦੇ, ਡਿਸਮੈਂਟਲ ਦਾ ਮਤਲਬ ਟੋਟਲ ਡਿਸਮੈਂਟਲ ਕਰਨਾ ਆ। ਤੁਸੀਂ ਰਿਫਿਊਜ਼ ਕਰੋਗੇ, ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਿਫਿਊਜ਼ ਕਰੋਗੇ, ਫਿਰ ਜਾ ਕੇ ਤੁਸੀਂ ਇੱਕ ਦੁਬਾਰਾ ਰੀਐਸਟੈਬਲਿਸ਼ਮੈਂਟ ਤੁਸੀਂ ਕਰ ਪਾਓਗੇ। ਪਰ ਇਹ ਕਿੱਦਾਂ ਹੋਏਗੀ? ਇਹ ਹੋਏਗੀ ਕਿੱਦਾਂ? ਤੁਸੀਂ ਹੁਣ ਇਹ ਦੇਖੋ, ਜਦੋਂ ਮੈਂ ਕਈ ਵਾਰੀ ਗੱਲਾਂ ਕਰਦਾ ਹੁੰਦਾ ਸਾਡੇ ਕੋਲ ਤਾਂ ਅਸੀਂ ਇਹ ਤਾਂ ਮੰਨਦੇ ਨਾ 8 ਮਹੀਨਿਆਂ ਦੇ ਵਿੱਚ ਕਿ ਦੀਪਕ ਪਾਰਸ ਲਗਾਤਾਰ ਮਾਂ ਪੰਜਾਬੀ ਤੇ ਸਾਹਿਤ ਤੇ ਸੱਭਿਆਚਾਰ ਤੇ ਗੱਲਾਂ ਕਰਦਾ ਪਿਆ ਲਗਾਤਾਰ, ਰਾਈਟ। ਤੁਸੀਂ ਕੈਨ ਯੂ ਬਲੀਵ ਸਾਡਾ ਇਨਫਰਾਸਟ੍ਰਕਚਰ ਕਿੰਨਾ ਵੀਕ ਹੋ ਚੁੱਕਾ ਆ? ਸਾਡਾ ਇਨਫਰਾਸਟ੍ਰਕਚਰ, ਸਾਡੀ ਬੁੱਧੀ ਉੱਥੇ ਤੱਕ ਜਾ ਚੁੱਕੀ ਆ, ਸਾਡੀ ਮਾਨਸਿਕਤਾ ਦਾ ਲੈਵਲ ਇੰਨਾ ਕੁ ਗਿਰ ਚੁੱਕਿਆ ਆ, ਸਾਡੀ ਜਿਹੜੀ ਸਾਈਕੋਲੋਜੀ ਹੈ, ਸਾਡਾ ਜਿਹੜਾ ਮਨੋਵਿਗਿਆਨਕ ਸਾਡਾ ਢਾਂਚਾ ਆ, ਉਹ ਇੰਨਾ ਕੁ ਡਿਸਟਰਬ ਹੋ ਚੁੱਕਿਆ ਆ। ਪੰਜਾਬੀ ਜਗਤ ਦਾ ਇੰਨਾ ਕੁ ਡਿਸਟਰਬ ਆ, ਵੀ ਆਰ ਸੋ ਡਿਸਟਰਬ ਐਂਡ ਵੈਰੀ ਡਿਸਟਰੈਕਟ। ਅਸੀਂ ਸਭ ਤੋਂ ਜ਼ਿਆਦਾ ਡਿਸਟਰੈਕਟਡ ਬੰਦੇ ਆ, ਜਿਨ੍ਹਾਂ ਦੀਆਂ ਐਡੀਆਂ ਕੁਰਬਾਨੀਆਂ ਮੈਂ ਕਹਿਣਾ ਆ। ਅੱਛਾ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਆ, ਬੜੀ ਇੰਪੋਰਟੈਂਟ ਆ। ਤੁਸੀਂ ਇੱਦਾਂ ਦੱਸੋ, ਅੱਜ ਬੰਦਾ ਸਿੰਘ ਬਹਾਦਰ, ਸ਼ਹੀਦ ਬੰਦਾ ਸਿੰਘ ਬਹਾਦਰ ਜੀ ਦਾ ਅੱਜ ਹੈ ਨਾ ਬਹੁਤ ਵੱਡਾ ਦਿਹਾੜਾ ਆ, ਠੀਕ ਹੈ ਨਾ। ਉਹ 45 ਸਾਲ ਦੀ ਉਮਰ ਦੇ ਵਿੱਚ ਆਪਣੀ ਸਾਰੀਆਂ ਕਾਰਗੁਜ਼ਾਰੀਆਂ ਕਰਕੇ ਚਲੇ ਗਏ। ਤੁਸੀਂ ਇਹ ਦੱਸੋ, ਅੱਜ 45 ਸਾਲ ਦੀ ਉਮਰ ਵਾਲੀ ਕੈਟਾਗਰੀ ਦੇ ਵਿੱਚ ਤੁਹਾਡੇ ਕੋਲੋਂ ਕਿਹੜੇ ਹੀਰੋ ਆ? ਚਲੋ ਆਪਾਂ ਇੱਥੋਂ ਗੱਲ ਸਟਾਰਟ ਕਰਦੇ ਹਾਂ। ਤੁਹਾਡੇ ਕੋਲੋਂ ਕੌਮ ਦੇ ਕਿਹੜੇ 45 ਸਾਲ ਦੀ ਉਮਰ ਦੇ ਵਿੱਚ ਉਹ ਕਰ ਚੁੱਕੇ ਸੀਗੇ? ਮੈਂ ਇਹ ਕਹਿ ਰਿਹਾ ਕਿ ਉਹ 45 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਜੌਬ ਨੂੰ ਡਨ ਕਰ ਦਿੱਤਾ ਸੀਗਾ, ਤੇ ਇਸ ਸੰਸਾਰ ਤੋਂ ਇਸ ਲੌਕਿਕ ਸੰਸਾਰ ਤੋਂ ਕੂਚ ਕਰਕੇ ਅਲੌਕਿਕ ਸੰਸਾਰ ਦੇ ਵਿੱਚ ਜਾ ਚੁੱਕੇ ਸੀਗੇ। ਇਹ 45 ਸਾਲ ਦੀ ਉਮਰ ਦੇ ਵਿੱਚ ਹੋ ਚੁੱਕਾ ਸੀਗਾ। ਤੁਸੀਂ ਇਹ ਦੱਸੋ ਕਿ 45 ਸਾਲ ਦੀ ਉਮਰ ਤੱਕ ਪਹੁੰਚਦੇ ਤੁਹਾਡੇ ਕੋਲੋਂ ਕਿਸ ਤਰ੍ਹਾਂ ਦੇ ਬੰਦੇ ਆ? ਤੁਹਾਡੇ ਕੋਲੋਂ ਕਿਸ ਤਰ੍ਹਾਂ ਦੇ ਬੰਦੇ ਆ? ਤੁਹਾਡੇ ਕੋਲ 45 ਸਾਲ ਤੱਕ ਪਹੁੰਚਦੇ ਤੁਸੀਂ ਬੰਦੇ ਲੱਭੋ। ਫਿਰ ਉੱਥੋਂ ਆਪਾਂ ਡਿਸਕਸ ਕਰਾਂਗੇ ਕਿ ਅਸੀਂ ਕਿੰਨੇ ਕੁ ਐਸਟੈਬਲਿਸ਼ ਆ, ਅਸੀਂ ਕਿੰਨੇ ਕੁ ਸੇਫ ਤੇ ਸਿਕਿਉਰ ਆ, ਕਿੰਨੇ ਕੁ ਬੰਦੇ ਆ। ਚਲੋ ਆਪਾਂ ਇੱਕ ਗੱਲ ਮੰਨਦੇ ਆ ਕਿ ਲੈਂਦੇ ਚੜ੍ਹਦੇ ਪੰਜਾਬ ਦੀ ਪਾਪੂਲੇਸ਼ਨ 2 ਕਰੋੜ ਆ, ਠੀਕ ਆ, 2 ਕਰੋੜ ਆ।
ਮੈਂ ਇਹ ਕਹਿਣਾ ਆ ਕਿ ਤੁਸੀਂ ਸਿਰਫ ਤਾਂ ਸਿਰਫ 45 ਸਾਲ ਦੀ ਉਮਰ ਦੇ ਬੰਦੇ, ਤੁਸੀਂ ਜਿਹੜੇ ਪੂਰੀ ਕੌਮ ਨੂੰ, ਪੂਰੇ ਪੰਜਾਬ ਨੂੰ ਤੇ ਪੂਰੀ ਪੰਜਾਬੀਅਤ ਨੂੰ, ਸਾਡੇ 2 ਲੱਖ ਬੰਦੇ ਵੀ ਤੁਸੀਂ ਮੈਨੂੰ ਗਿਣਾ ਦਿਓ। ਚਲੋ ਮੈਨੂੰ ਐਦਾਂ ਕਰੋ, ਤੁਸੀਂ ਮੈਨੂੰ 2 ਲੱਖ ਬੰਦੇ ਗਿਣਵਾ ਦਿਓ, ਮੈਨੂੰ ਤੁਸੀਂ 200 ਬੰਦੇ ਗਿਣਵਾ ਦਿਓ, ਛੱਡੋ 2 ਲੱਖ ਬਾਰੇ। ਐਕਚੁਅਲੀ ਤੁਸੀਂ ਮੈਨੂੰ 200 ਬੰਦੇ ਗਿਣਵਾ ਦਿਓ, ਤੁਸੀਂ 200 ਬੰਦੇ ਵੀ ਨਹੀਂ ਗਿਣਵਾ ਪਾਉਂਗੇ। ਮੈਂ ਕਹਿੰਦਾ ਆ ਕਿ ਤੁਹਾਡੇ ਕੋਲ 200 ਬੰਦੇ ਵੀ ਨਹੀਂ ਹੈਗੇ 2 ਕਰੋੜ ਦੇ ਵਿੱਚੋਂ। ਫਿਰ ਮੇਰੇ ਨਾਲ ਕੋਈ ਬਹਿਸ ਕਰੇਗਾ ਮੈਂ ਝੂਠ ਬੋਲਦਾ ਪਿਆ ਆ, ਮੈਂ ਕਹੂੰਗਾ ਜੇ ਮੈਂ ਝੂਠ ਬੋਲਦਾ ਪਿਆ ਮੈਨੂੰ ਝੂਠ ਸਾਬਤ ਕਰ ਦਿਓ, ਮੈਨੂੰ ਝੂਠ ਸਾਬਤ ਕਰ ਦਿਓ। ਦੇਖੋ ਬੰਦਾ ਸਿੰਘ ਬਹਾਦਰ, ਜੇ ਅਸੀਂ ਕਹਿੰਦੇ ਆ ਕਿ ਬੰਦਾ ਸ਼ਹੀਦ ਬੰਦਾ ਸਿੰਘ ਬਹਾਦਰ, ਇਹਨਾਂ ਦੇ ਕਰਕੇ ਅਸੀਂ ਅੱਜ ਇੱਥੇ ਇੱਕ ਕੌਮ ਆ, ਠੀਕ ਹੈ, ਚਲੋ ਇਹ ਮੰਨ ਗਏ, ਹੋ ਗਿਆ, ਸੌਰਟਡ। ਮਗਰ ਤੁਸੀਂ ਇਸ ਤਰ੍ਹਾਂ ਦੇ ਬੰਦੇ ਕੋਈ ਅੱਜ 2 ਕਰੋੜ ਬੰਦਿਆਂ ਦੇ ਵਿੱਚੋਂ, ਉਦੋਂ ਤਾਂ ਕਿੰਨੇ ਸੀਗੇ, ਉਦੋਂ ਕਿੰਨੇ ਸੀਗੇ, ਉਦੋਂ 1 ਲੱਖ ਹੋਣਗੇ, 2 ਲੱਖ ਹੋਣਗੇ, 3 ਲੱਖ ਹੋਣਗੇ, ਅੱਜ 2 ਕਰੋੜ ਦੀ ਪਾਪੂਲੇਸ਼ਨ ਆ। ਤੁਸੀਂ 2 ਕਰੋੜ ਦੇ ਵਿੱਚੋਂ ਲੱਭੋ ਬੰਦੇ, ਐਕਚੁਅਲੀ ਤੁਹਾਡੇ ਕੋਲੋਂ ਨਹੀਂ ਮਿਲਣਗੇ ਤੁਹਾਨੂੰ। ਇਹਦਾ ਮਤਲਬ ਇਹ ਹੋ ਗਿਆ ਕਿ ਇਹਦੀ ਮੈਥਮੈਟਿਕ, ਇਹਦੀ ਇੱਕ ਅਕਾਊਂਟੇਬਿਲਿਟੀ ਆ, ਇਹਦੇ ਮੈਥਮੈਟਿਕਸ ਆ, ਅਸੀਂ ਬੰਦੇ ਬਹੁਤ ਜ਼ਿਆਦਾ ਆ, ਪਰ ਅਸੀਂ ਉਹ ਚੀਜ਼ ਨਹੀਂ ਜਿਹਦਾ ਅਸੀਂ ਰੌਲਾ ਪਾਉਂਦੇ ਆ ਰੋਜ਼, ਅਸੀਂ ਕਿਤਾਬਾਂ ਦੇ ਵਿੱਚ ਆ। ਇਹ ਚੇਤੇ ਰੱਖਿਓ, ਇੱਕ ਕਿਤਾਬਾਂ ਦੀ ਗੱਲ ਹੁੰਦੀ ਆ, ਇੱਕ ਅਸਲੀ ਜੀਵਨ ਦੀ ਗੱਲ ਹੁੰਦੀ ਆ। ਕਿਤਾਬਾਂ ਦੇ ਵਿੱਚ ਅਸੀਂ ਬਹੁਤ ਗਲੋਰੀਫਾਈ ਆ, ਪਰ ਅਸਲੀ ਜੀਵਨ ਦੇ ਵਿੱਚ ਅਸੀਂ ਕਿੱਥੇ ਖੜੇ ਹੋਏ ਆ। ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਅਧਿਐਨ ਕਰਨਾ ਪਏਗਾ, ਮਨੋਵਿਗਿਆਨਿਕ ਅਧਿਐਨ ਕਰਨਾ ਪਏਗਾ। ਇਹਦੇ ਲਈ ਤੁਸੀਂ ਇਹ ਦੇਖੋ ਕਿੰਨੇ ਤੁਸੀਂ PhD ਮਨੋਵਿਗਿਆਨੀ ਕਰਵਾਉਂਦੇ ਹੋ ਰੋਜ਼, ਠੀਕ ਹੈ ਨਾ। ਤੁਹਾਡੇ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਰੋਜ਼ MA PhD ਦੇ ਵਿੱਚ ਸਾਈਕੋਲੋਜੀ ਦੇ ਵਿੱਚ ਹੁੰਦੀਆਂ ਆ, ਪਰ ਕੀ ਤੁਸੀਂ ਇਸ ਸਾਈਕੋਲੋਜੀ ਤੇ ਕੰਮ ਕੀਤਾ ਕਿ ਪੰਜਾਬ ਦਾ ਜਿਹੜਾ ਮਾਈਂਡ ਆ, ਬ੍ਰੇਨ ਆ, ਉਹ ਜਿਹੜਾ ਸਾਹਿਤਕ ਤੇ ਸਪਿਰਚੁਅਲ ਬ੍ਰੇਨ ਆ, ਮਾਈਂਡ ਆ, ਉਹ ਕਿੱਥੇ ਤੱਕ ਜਾ ਚੁੱਕਾ ਆ। ਇਹ ਸਾਡੇ ਦੇਸ਼ 'ਚ ਨਸ਼ਾ ਲੈਣ ਵਾਲਾ ਵੀ ਖਤਮ, ਨਸ਼ਾ ਵੇਚਣ ਵਾਲਾ ਵੀ, ਕੁੱਲ ਮਿਲਾ ਕੇ ਦੇਸ਼ ਦਾ ਭਵਿੱਖ ਖਤਮ ਸਰ ਜੀ। ਦੇਖੋ ਮੀਤ ਧਾਲੀਵਾਲ ਇਹ ਕਹਿ ਰਹੇ ਆ ਖਤਮ। ਅੱਛਾ, ਇਹ ਦੇਖੋ ਇਹ ਇੱਕ ਬੜੇ ਪਚੀਦਾ ਪ੍ਰਸ਼ਨ ਆ, ਅਸੀਂ ਸਮਾਜ ਵਿੱਚ ਰੋਜ਼ ਲੈ ਕੇ ਆਵਾਂਗੇ। ਜੱਟ ਲਾਈਫ ਤੁਹਾਡੀ ਸ਼ਰਾਬ ਆ ਚੁੱਕੀ ਆ। ਮੀਨਸ ਤੁਹਾਡੇ ਕੋਲ 2 ਕਰੋੜ ਬੰਦਿਆਂ ਕੋਲ ਕੋਈ ਪਟੀਸ਼ਨਸ ਨਹੀਂ, ਤੁਹਾਡੇ ਕੋਲ 2 ਕਰੋੜ ਬੰਦਿਆਂ ਕੋਲ ਕੋਈ ਅਥਾਰਟੀ ਨਹੀਂ, ਤੁਹਾਡੇ ਸਰਕਾਰੀ ਢਾਂਚੇ ਕੋਲ ਕੋਈ ਅਥਾਰਟੀ ਨਹੀਂ ਕਿ ਜੱਟ ਲਾਈਫ ਸ਼ਰਾਬ ਤੁਸੀਂ ਨਹੀਂ ਇੰਟਰੋਡਿਊਸ ਕਰ ਸਕਦੇ ਸੀਗੇ। ਨਹੀਂ, ਪਰ ਨਹੀਂ, ਤੁਹਾਡੇ ਕੋਲ ਨਹੀਂ। ਆਹੀ ਤਾਂ ਮੈਂ ਕਹਿ ਰਿਹਾ ਆ। ਮੈਂ ਕਹਿ ਕੀ ਰਿਹਾ ਆ? ਮੈਂ ਆਹੀ ਤਾਂ ਰੌਲਾ ਪਾ ਰਿਹਾ ਆ ਕਿ ਤੁਹਾਡੇ ਕੋਲ ਨਹੀਂ, ਤੁਹਾਡੇ ਕੋਲ ਉਹ ਬੰਦੇ ਅਵੇਲੇਬਲ ਨਹੀਂ ਆ। ਤੁਹਾਡੇ ਕੋਲੋਂ ਇਹਦਾ ਮਨੋਵਿਗਿਆਨਿਕ ਅਧਿਐਨ ਇਹ ਕਹਿੰਦਾ ਆ ਕਿ ਤੁਹਾਡੇ ਕੋਲੋਂ ਉਹ ਬੰਦੇ ਅਵੇਲੇਬਲ ਨਹੀਂ ਆ, ਤੁਹਾਡੇ ਕੋਲੋਂ ਸਾਫ਼ ਸੁਥਰੇ ਬੰਦੇ ਨਹੀਂ ਆ। ਤੁਹਾਡੇ ਕੋਲੋਂ ਤੁਸੀਂ ਹੋਰ 10-20 ਸਾਲ ਖੜ ਜਾਓ, ਤੁਸੀਂ ਹੋਰ 25 ਸਾਲ ਖੜ ਜਾਓ, ਤੁਹਾਡੀ ਇੱਕ ਬਿਸਕ ਜਿੱਦਾਂ ਹੁੰਦਾ ਨਹੀਂ, ਇਮਾਰਤ ਬਹੁਤ ਵਧੀਆ ਖੜੀ ਹੋਈ ਆ, ਪਰ ਉਹਦੇ ਜਿੱਦਾਂ ਇੱਕ ਜਿਸਮ ਤੇ ਕੋਈ ਸੱਟ ਨਹੀਂ ਲੱਗੀ ਹੋਈ, ਰਾਈਟ। ਜਿਸਮ 'ਚ ਕੋਈ ਸੱਟ ਨਹੀਂ ਲੱਗੀ ਹੋਈ, ਪਰ ਜਿਸਮ ਦੀ ਜਾਨ ਨਿਕਲ ਗਈ। ਕਿੱਦਾਂ? ਜਿਸਮ ਤੇ ਕੋਈ ਜ਼ਖਮ ਨਹੀਂ ਆ, ਜਿਸਮ ਤੇ ਕੋਈ ਜ਼ਖਮ ਨਹੀਂ, ਪਰ ਉਸ ਜਿਸ ਜਿਸਮ ਤੇ ਜ਼ਖਮ ਨਹੀਂ ਹੈ, ਪਰ ਉਹਦੇ ਅੰਦਰ ਜਾਨ ਨਹੀਂ ਆ, ਉਹਦੇ ਅੰਦਰ ਰੂਹ ਚਲੀ ਗਈ ਆ। ਸਾਡਾ ਹਾਲ ਇਸ ਤਰ੍ਹਾਂ ਦਾ ਹੋ ਚੁੱਕਾ ਆ। ਅਸੀਂ ਜਿਸ ਜਗ੍ਹਾ ਤੋਂ ਜਾ ਰਹੇ ਨਾ, ਮੈਂ ਤਾਂ ਬਾਹਰ ਆ ਗਿਆ ਨਾ, ਮੈਂ ਅਗਰ ਤੁਹਾਨੂੰ ਇਹਦਾ ਸਾਰਾ ਮਨੋਵਿਗਿਆਨਿਕ ਅਧਿਐਨ ਕਰਕੇ ਦੱਸਾਂ ਨਾ। ਅੱਛਾ, ਅੱਗੇ ਗੱਲ ਕਰਨੀ ਸੀਗੀ। ਸਾਡੀਆਂ ਦਿੱਤੀਆਂ ਦਲੀਲਾਂ ਨੇ ਸਾਡੇ ਸਮਾਜ ਦੀ ਕਿਹੋ ਜਿਹੀ ਬਣਤਰ ਬਣਾ ਦਿੱਤੀ ਹੈ। ਸਾਡੀਆਂ ਜਿਹੜੀਆਂ ਦਿੱਤੀਆਂ ਦਲੀਲਾਂ ਕਿ ਆਹ ਹੈ ਨਾ, ਇਹ ਆਪਣੇ ਤੁਸੀਂ ਇਹਦੇ ਸੱਭਿਆਚਾਰਕ ਪੰਜਾਬੀ ਸੌਂਗ ਸੁਣੋ, ਤੁਸੀਂ ਗੀਤ ਸੁਣੋ, ਤੁਹਾਨੂੰ ਪਤਾ ਲੱਗ ਜਾਏਗਾ ਇਹਨਾਂ ਦਲੀਲਾਂ ਨਾਲ ਅਸੀਂ ਕਿੱਥੇ ਤੱਕ ਪਹੁੰਚੇ ਆ। ਸਿੱਧੂ ਮੂਸੇਵਾਲੇ ਨਾਲ ਜਾਂ ਮਾਨ ਨਾਲ ਜਾਂ ਪਤਾ ABC ਕਿੰਨੇ ਕੁ ਨਾਮ ਆ, ਮੈਨੂੰ ਤਾਂ ਨਾਮ ਵੀ ਨਹੀਂ ਇਹਨਾਂ ਦੇ ਚੇਤੇ। ਐਕਚੁਅਲੀ ਇਹਨਾਂ ਨੇ ਤੁਹਾਨੂੰ ਕਿੱਦਾਂ ਦਲੀਲਾਂ ਦੇ ਕੇ, ਹਥਿਆਰ ਦੇ ਕੇ ਤੁਹਾਨੂੰ ਕਿੱਥੇ ਪਹੁੰਚਾਇਆ ਇਹਨਾਂ ਨੇ। ਅਗਲਾ ਪ੍ਰਸ਼ਨ, ਇਹ ਕਿਸਾਨ ਅੰਦੋਲਨ ਦਾ ਅਸਰ ਅਤੇ ਜੱਟ ਸ਼ਬਦ ਦੀ ਮਨੋਵਿਗਿਆਨਕ ਸੱਚ। ਇਹ ਜਿਹੜਾ ਕਿਸਾਨ ਅੰਦੋਲਨ ਜਿਹੜਾ ਚੱਲਦਾ ਪਿਆ ਆ,
ਜਿਹੜਾ ਕਿਸਾਨ ਅੰਦੋਲਨ ਚੱਲਦਾ ਪਿਆ ਆ, ਹੈ ਤਾਂ ਇਹ ਪਿਓਰ ਇੱਕ ਜ਼ਿਮੀਂਦਾਰਾਂ ਜੱਟਾਂ ਦਾ ਕਿਸਾਨਾਂ ਦੇ ਹੱਕ ਦੀ ਗੱਲ ਚੱਲਦੀ ਪਈ ਆ। ਤੇ ਇਹ ਜਿਹੜੀ ਹੱਕ ਸਿਰਫ ਇਹਨਾਂ ਦਾ ਇੱਕ ਪਰਸਨਲ ਹੱਕ ਨਹੀਂ ਆ, ਇਹਦੇ ਨਾਲ ਪੂਰੀ ਸਾਰੀ ਗੱਲ ਘੇਰੇ ਦੇ ਵਿੱਚ ਆ ਰਹੀ ਆ। ਪੂਰੇ ਸਮਾਜ ਦਾ ਤੰਤਰ, ਪੂਰੇ ਸਮਾਜ ਦਾ ਢਾਂਚਾ, ਪੂਰੇ ਸਮਾਜ ਦੀ ਬਣਤਰ, ਪੂਰੇ ਸਮਾਜ ਦਾ ਸਟਰਕਚਰ, ਸਾਰੀ ਗੱਲ ਇਸ ਘੇਰੇ ਦੇ ਵਿੱਚ ਆ ਜਾਂਦੀ ਆ। ਅੱਛਾ, ਜੇ ਸਾਡਾ ਕਿਸਾਨ ਅੰਦੋਲਨ ਫੇਲ ਹੁੰਦਾ ਆ, ਤੁਸੀਂ ਇਹ ਸਮਝ ਲਓ ਕਿ ਤੁਸੀਂ ਗਏ, ਮੈਂ ਸੱਚ ਕਹਿੰਦਾ ਆ, ਤੁਸੀਂ ਗਏ। ਜੇ ਕਿਤੇ ਫੇਲ ਹੋ ਗਿਆ ਇਹ ਵੀਰ ਜੀ, ਜੱਟ ਸ਼ਬਦ ਇੱਕ ਅਜਿਹਾ ਮਾਰਕਾ ਬਣ ਚੁੱਕਿਆ ਜਿਸ ਤੇ ਸਾਡੇ ਜੱਟ ਵੀਰ ਨੂੰ ਮਾਣ ਬਹੁਤ ਹੈ। ਜੱਟ ਹੋਣਾ ਜ਼ਰੂਰੀ ਹੈ, ਉਹ ਭਾਵੇਂ ਗਾਣਿਆਂ 'ਚ ਹੋਵੇ, ਚਾਹੇ ਕਿਸੇ ਗਲਤ ਜਗ੍ਹਾ ਤੇ ਹੀ ਕਿਉਂ ਨਾ ਹੋਵੇ। ਬੱਸ ਵਿੱਚ ਜੱਟ ਦਾ ਜ਼ਿਕਰ ਹੋਣਾ ਜ਼ਰੂਰੀ ਹੈ। ਇਸੇ ਚੀਜ਼ ਦਾ ਫਾਇਦਾ ਚੁੱਕ ਰਹੇ ਨੇ ਇਹ दारू ਦੀਆਂ ਕੰਪਨੀਆਂ ਵਾਲੇ। ਇਹ ਤਾਂ ਕੰਪਨੀ ਦੀ ਤਾਂ ਮੈਂ ਤੁਹਾਨੂੰ ਇੱਕ ਗੱਲ ਕੀਤੀ ਨਾ ਅੱਗੇ, ਹਰਗੋਬਿੰਦ ਸ਼ੇਖਪੁਰੀਆ ਜੀ ਕਹਿੰਦੇ ਆ, ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀਆਂ ਜ਼ਮੀਨਾਂ ਦਾ ਸਾਨੂੰ ਮਾਲਕ ਬਣਾਇਆ ਸੀਗਾ, ਉਹਨਾਂ ਹੀ ਜ਼ਮੀਨਾਂ ਨੂੰ ਸਾਡੇ ਹੁਣ ਦੇ ਮੁੱਖ ਮੰਤਰੀ 1 ਰੁਪਿਆ ਲੀਜ਼ ਤੇ ਕਾਰਪੋਰੇਟ ਕਹਾਣੀਆਂ ਨੂੰ ਦੇ ਕੇ, ਹੁਣ ਐਦਾਂ ਪ੍ਰਸ਼ਨ ਕਰੋ ਤਾਂ ਕਿ ਅੱਗੇ ਗੱਲ ਤੁਰੇ। ਅੱਛਾ, ਕਾਰਪੋਰੇਟ ਕਹਾਣੀਆਂ ਨੂੰ ਦੇ ਰਹੇ ਹਨ ਤੇ 2 ਕਰੋੜ ਲੋਕਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਬੰਦਾ ਉਹਨਾਂ ਜ਼ਮੀਨਾਂ ਨੂੰ ਬਚਾਉਣ ਲਈ ਨਹੀਂ ਲੱਭ ਰਿਹਾ। ਆਹੀ ਗੱਲ ਆ। ਹੁਣ ਦੱਸੋ ਹਰਗੋਬਿੰਦ ਸ਼ੇਖਪੁਰੀਆ ਜੀ ਦੀ ਜਾਂ ਹੈਪੀ ਸੋਹੀ ਦੀ ਗੱਲ ਦਾ ਜਵਾਬ ਤੁਸੀਂ ਅੱਗੇ ਕਹੋ, ਕਿਉਂਕਿ ਤੁਹਾਡਾ ਪ੍ਰਸ਼ਨ ਉਨਾ ਹੀ ਇੰਪੋਰਟੈਂਟ ਆ ਜਿੰਨਾ ਮੇਰਾ ਬੋਲਣਾ ਇੰਪੋਰਟੈਂਟ ਆ। ਇੱਕ ਚੀਜ਼ ਚੇਤੇ ਰੱਖਣਾ, ਜੋ ਹਰਗੋਬਿੰਦ ਸ਼ੇਖਪੁਰੀਆ ਜਾਂ ਸੋਨੀ ਕਹਿ ਰਹੇ ਆ, ਇਹਨਾਂ ਦੀ ਗੱਲ ਨੂੰ ਕੋਟ ਕਰਕੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਹਾਡੇ ਕੋਲ ਇੱਕ ਬੰਦਾ ਨਹੀਂ ਹੈਗਾ 2 ਕਰੋੜ ਦੇ ਵਿੱਚ, ਤੁਸੀਂ ਕਿੱਦਾਂ ਹਾਸਲ ਕਰ ਲਓਗੇ? ਕਿੱਦਾਂ ਕਰ ਲਓਗੇ? ਸਵਾਲ ਇਸ ਗੱਲ ਤੇ ਖੜਾ ਹੋਇਆ ਆ, ਰੌਲਾ ਪਾਉਣ ਨਾਲ, ਧਰਨੇ ਦੇਣ ਨਾਲ। ਤੁਹਾਡੇ ਕੋਲੋਂ ਉਹ ਬੰਦੇ ਕਿੱਥੇ ਆ? ਤੁਹਾਡੇ ਕੋਲ ਉਹ ਬੰਦੇ ਕਿੱਧਰ ਆ? ਤੁਹਾਡੇ ਕੋਲ ਬੰਦੇ। ਸਭ ਤੋਂ ਵੱਡਾ ਮਸਲਾ ਜਿਹੜਾ ਖੜਾ ਹੋਇਆ ਆ, ਮੁਸ਼ਕਲਾਂ ਬਹੁਤ ਹਨ ਪਰ ਹੱਲ ਨਹੀਂ ਹੈ। ਦੇਖੋ, ਹੱਲ ਤੁਸੀਂ ਲੰਘ ਹੀ ਬਹੁਤ ਅੱਗੇ ਚੁੱਕੇ ਹੋ। ਕੀ ਕਰਾਂ? ਤੁਸੀਂ ਦੇਖੋ, ਇਹ ਤਾਂ ਉਹ ਗੱਲ ਹੋ ਗਈ ਕਿ ਡਾਕਟਰ ਨੂੰ ਕੋ ਬੰਦਾ ਮੀਨਸ ਚੂਰ ਟਰੱਕ ਦੇ ਬਿਲਕੁਲ ਨੀਚੇ ਆ ਕੇ ਬੰਦਾ ਨੂੰ ਟਰੱਕ ਨੀਚੇ ਆ ਗਿਆ, ਲੱਤਾਂ ਵੀ ਵੱਡੀਆਂ ਗਈਆਂ, ਧੜ ਵੀ ਲੱਗ ਹੋ ਗਿਆ, ਸਿਰ ਵੀ ਲੱਗ ਹੋ ਗਿਆ, ਲੱਤਾਂ ਬਾਹਾਂ ਵੀ ਕੱਟੀਆਂ ਗਈਆਂ। ਤੇ ਉਸ ਤੋਂ ਬਾਅਦ ਡਾਕਟਰ ਕੋਲ ਜਾ ਕੇ ਕਹਿੰਦੇ, ਡਾਕਟਰ ਸਾਹਿਬ, ਰੱਬ ਦਾ ਵਾਸਤਾ ਇਹਨੂੰ ਬਚਾ ਲਓ। ਉਹ ਭਾਈ ਡਾਕਟਰ ਕਰੇਗਾ ਕੀ? ਅਸਲੀਅਤ ਇਹ ਆ ਕਿ ਉਹ ਬੇਸਿਕਲੀ ਉਹ ਲਹੂ ਲੁਹਾਨ ਆ, ਉਹਦੇ ਬਹੁਤ ਟੋਟੇ ਹੋ ਚੁੱਕੇ ਆ। ਤੁਸੀਂ ਦੇਖੋ, ਪਹਿਲੀ ਤਾਂ ਗੱਲ ਇਹ ਆ ਕਿ ਮੈਂ ਕੱਲ ਕਿ ਪੂਰੀ ਬੋਡੀ ਆ, ਉਹਦਾ ਸਿਰ ਤਾਂ ਚਲਾ ਗਿਆ ਪਾਕਿਸਤਾਨ ਵਿੱਚ, ਉਹਦੀਆਂ ਲੱਤਾਂ ਚਲੀਆਂ ਗਈਆਂ ਹਰਿਆਣੇ ਵਿੱਚ, ਉਹਦੀਆਂ ਬਾਹਾਂ ਚਲੀਆਂ ਗਈਆਂ ਕਸ਼ਮੀਰ ਤੇ ਉਧਰ ਕਸ਼ਮੀਰ ਵੱਲ ਚਲੀਆਂ ਗਈਆਂ, ਠੀਕ ਹੈ ਨਾ, ਤੇ ਉਹਦੀਆਂ ਬਾਹਾਂ ਚਲੀਆਂ ਗਈਆਂ ਕਸ਼ਮੀਰ ਤੇ ਹਿਮਾਚਲ ਵਿੱਚ। ਤੁਹਾਡੇ ਕੋਲ ਕੀ ਰਹਿ ਗਿਆ? ਤੁਹਾਡੇ ਕੋਲ ਇੱਕ ਨਿੱਕਾ ਜਿਹਾ ਟੋਟਾ ਰਹਿ ਗਿਆ ਹੈ, ਉਹਨੂੰ ਵੀ ਤੁਸੀਂ ਬਚਾ ਨਹੀਂ ਪਾ ਸਕਦੇ। ਰੀਜ਼ਨ ਕੀ ਹੈ ਕਿ 2 ਕਰੋੜ ਬੰਦਿਆਂ ਦੇ ਵਿੱਚੋਂ 20 ਬੰਦੇ ਨਹੀਂ ਹੈਗੇ ਸਾਡੇ ਕੋਲ 2 ਕਰੋੜ ਵੋਟਾਂ ਤਾਂ ਹੈ। ਇਹ ਯਾਦ ਰੱਖੋ, ਸਾਡੇ ਕੋਲ 2 ਕਰੋੜ ਵੋਟਾਂ ਤਾਂ ਹੈ। ਉਹ ਵੋਟਾਂ ਕਿਹਦੇ ਲਈ ਆ? ਉਹ ਵੋਟਾਂ ਤੁਹਾਡੀਆਂ ਹਕੂਮਤਾਂ ਲਈ ਆ। ਉਹ ਵੋਟਾਂ ਕਿਹਦੇ ਲਈ ਆ? ਵੋਟਾਂ ਤੁਹਾਡੇ ਹਕੂਮਤਾਂ ਲਈ ਆ। ਉਹ ਤਾਂ ਕਹਿੰਦੇ ਤੁਸੀਂ 5 ਕਰੋੜ ਹੋ ਜਾਓ, ਪਰ ਅਸਲ ਵਿੱਚ ਉਹਦੇ ਵਿੱਚੋਂ ਮਰਦ ਜੰਮਣੇ ਕਦੋਂ ਆਣਗੇ? ਮਰਦ ਕਦੋਂ ਜੰਮਣਗੇ? ਉਹਦੇ ਪ੍ਰੋਸੈਸ ਵਿੱਚ ਅਸੀਂ ਲੱਗੇ ਹੋਏ ਆ। ਮੈਂ ਉਸੇ ਪ੍ਰੋਸੈਸ ਵਿੱਚ ਲੱਗਿਆ ਹੋਇਆ ਆ। ਅਸੀਂ ਦੇਖੋ, ਇਹ ਇੱਕ ਬੜਾ ਸਾਹਿਤਕ ਤੇ ਮਨੋਵਿਗਿਆਨਿਕ ਤਰੀਕੇ ਨਾਲ ਮੈਂ ਨਾਲ ਯਾਤਰਾ ਕਰਦਾ ਪਿਆ ਤੁਹਾਡੇ ਨਾਲ। ਪਹਿਲਾਂ ਤੁਹਾਨੂੰ ਚੇਤਾਵਨੀ ਦੇ ਰਿਹਾ ਆ, ਫਿਰ ਤੁਹਾਨੂੰ ਚੈਲੰਜ ਦੇ ਰਿਹਾ ਆ, ਫਿਰ ਚੈਲੰਜ ਤੋਂ ਬਾਅਦ ਉਸ ਤੋਂ ਬਾਅਦ ਉਹਦੇ ਸੋਲੂਸ਼ਨ ਹੌਲੀ ਨਿਕਲਣਗੇ। ਇਹ ਤਾਂ ਹੈ ਨਹੀਂ ਆ ਕਿ ਮੈਂ ਕੋਈ ਚੀਫ ਮਿਨਿਸਟਰ ਆ, ਉਹ ਮੈਂ ਕੋਈ ਪੰਜਾਬੀ ਸਿੱਖਿਆ ਮੰਤਰੀ ਆ, ਮੈਂ ਕੌਣ ਆ? ਉਹ ਮੈਂ ਇੱਕ ਦੀਪਕ ਪਾਰਸ ਆ, ਇੱਥੇ ਭਟਕਦਾ ਹੋਇਆ ਬੇਸਿਕਲੀ ਤੁਹਾਡੇ ਸਾਹਮਣੇ ਗੱਲਾਂ ਕਰਦਾ ਪਿਆ ਆ। ਅੱਗੇ ਮੈਂ ਤੁਹਾਡੇ ਹੁਣ ਮੈਸੇਜ ਪੜ੍ਹਨੇ ਸ਼ੁਰੂ ਕਰੂੰਗਾ। ਸਾਡੇ ਸਿਆਸਤਦਾਨ ਰੂਪੀ ਡਾਕਟਰਾਂ ਨੇ ਸਾਡੇ ਕਿਸਾਨ ਮਰੀਜ਼ਾਂ ਨੂੰ ਵੈਂਟੀਲੇਟਰ ਤੇ ਪਾ ਦਿੱਤਾ ਹੈ ਤੇ ਹੁਣ ਮੌਤ ਨੂੰ ਸਿਵਾਏ ਉਹਨਾਂ ਦੇ ਹਿੱਸੇ ਕੁਝ ਨਹੀਂ ਆਉਣ ਵਾਲਾ। ਇਹ ਹਕੀਕਤ ਆ। ਹੁਣ ਬੋਲੇ ਅਸਲੀ ਹਕੀਕਤ ਤੁਸੀਂ ਹਰਗੋਬਿੰਦ ਸ਼ੇਖਪੁਰੀਆ ਜੀ, ਇਹਨੂੰ ਹਕੀਕਤ ਕਹਿੰਦੇ ਆ। ਇਹਨੂੰ ਜਰਨ ਦੀ ਕੋਸ਼ਿਸ਼ ਕਰੋ। ਅੱਗੇ ਇੱਕ ਉੱਤਰ ਨੂੰ ਤੁਰ ਪੈਂਦਾ
ਦਾ ਦੂਜਾ ਦੱਖਣ ਨੂੰ ਹੈਪੀ ਸੋਹੀ ਆ ਵੀ ਪ੍ਰਸ਼ਨ ਆ ਇਹ ਵੀ ਪ੍ਰਸ਼ਨ ਆ ਤੁਸੀਂ ਪ੍ਰਸ਼ਨ ਕਰੋ ਤਾਂ ਕਿ ਇਹਨਾਂ ਦੀਆਂ ਗੱਲਾਂ ਦੇਖੋ ਅਸੀਂ ਮੈਂ ਕਰ ਕੀ ਰਿਹਾ ਆ ਮੇਰੀ ਜੌਬ ਕੀ ਆ ਤੁਹਾਡੇ ਕੋਲੋਂ ਦੀਪਕ ਪਾਰਸ ਵਰਗਾ ਹਾਲੇ ਤੱਕ ਹੀ ਈਵਨ ਤੁਹਾਡੇ ਕੋਲ ਦੂਜਾ ਬੰਦਾ ਵੀ ਨਹੀਂ ਹੈਗਾ ਤੁਸੀਂ ਹੁਣ ਕਹੋਗੇ ਕਿ ਦੀਪਕ ਪਾਰਸ ਤੂੰ ਤਾਂ ਬੜੇ ਹੰਕਾਰ ਦੀ ਗੱਲ ਕਰਦਾ ਪਿਆ ਆ ਤੂੰ ਤਾਂ ਹੰਕਾਰੀ ਹੋ ਗਿਆ ਆ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਆ ਉਹ ਪਰ ਭਾਈ ਲੱਭ ਕੇ ਤਾਂ ਲੈ ਕੇ ਆਓ ਹੈ ਕਿੱਥੇ ਆ ਦੂਜਾ ਦੀਪਕ ਪਾਰਸ ਉਹ ਭਾਈ ਕਵੀਆਂ ਦੇ ਵਿੱਚੋਂ ਬੰਦੇ ਲੱਭੋ ਤਾਂ ਸਹੀ ਤੁਹਾਡੇ ਐਸਟੈਬਲਿਸ਼ ਕਵੀਆਂ ਵਿੱਚੋਂ ਬੰਦੇ ਤਾਂ ਲੱਭੋ ਸਾਹਿਤਕਾਰ ਲੱਭੋ ਤਾਂ ਸਹੀ ਜਿਹੜੇ ਗੱਲਾਂ ਕਰਦੇ ਪਏ ਆ ਕੌਣ ਗੱਲਾਂ ਕਰਦਾ ਪਿਆ ਇੱਥੇ ਬੈਠ ਕੇ ਸਾਰੇ ਆਪਣੀਆਂ ਦੁਕਾਨਾਂ ਚਲਾ ਰਹੇ ਆ ਸਾਰੇ ਆਪਣੇ ਟੀਵੀ ਚੈਨਲ ਚਲਾ ਰਹੇ ਆ ਸਾਰੇ ਆਪਣੀਆਂ ਗੱਲਾਂ ਕਰਦੇ ਪਏ ਆ ਪਰ ਅਜੇ ਸਾਹ ਚੱਲ ਰਹੇ ਹਨ ਮਾਂ ਬੋਲੀ ਦੇ ਜੇ ਰਲ ਮਿਲ ਕੇ ਉਸਾਰੂ ਸੋਚ ਰੱਖੀਏ ਤਾਂ ਬਚਾਇਆ ਜਾ ਸਕਦਾ ਹੈ ਮਾਂ ਬੋਲੀ ਨੂੰ ਅੱਗੇ ਆਰਐਸਐਸ ਵਾਲੇ ਖੁਦ ਚਾਹੁੰਦੇ ਨੇ ਕਿ ਇੱਥੇ ਫੇਰ ਤੋਂ ਖਾੜਕੂਵਾਦ ਆਵੇ ਦੇਖੋ ਉਹ ਅਸਲ ਵਿੱਚ ਪ੍ਰੋਬਲਮ ਕੀ ਆ ਸਾਡੇ ਕੋਲੋਂ ਆਪਣੇ ਬੰਦੇ ਨਹੀਂ ਹੈਗੇ ਸਾਡੇ ਆਪਣੇ ਨਹੀਂ ਬੰਦੇ ਹੈਗੇ ਸਾਡੇ ਆਪਣੇ ਬੰਦੇ ਬਰਬਾਦ ਸਾਨੂੰ ਕਰ ਦਿੱਤਾ ਆ ਸਾਡਾ ਕੰਮ ਕੀ ਆ ਮੇਰੀ ਮੁਹਿੰਮ ਕੀ ਆ ਬੇਸਿਕਲੀ ਜਿੱਦਾਂ ਮੇਰੀ ਮੁਹਿੰਮ ਇਹੋ ਜਿਹੇ ਰੀਤ ਬਲਜੀਤ 10 ਲੱਖ ਬੰਦੇ ਤਿਆਰ ਕਰਨੇ ਹੈਪੀ ਸੋਹੀ ਵਰਗੇ ਬੰਦੇ ਲੱਭਣੇ ਰਾਈਟ ਇਹੋ ਜਿਹੇ ਦੀਪ ਮੋਹ ਦੀਪ ਵਰਗੀਆਂ ਕੁੜੀਆਂ ਲੱਭਣੀਆਂ ਰਾਈਟ ਇੱਥੇ ਇਹੋ ਜਿਹੇ ਇਹ ਮੁੰਡੇ ਮੁਕੇਸ਼ ਦੀਪਕ ਪਾਰਸ ਲੱਭਣਾ ਅਸਲ ਵਿੱਚ ਇਹ ਲੱਭਣੇ ਬੰਦੇ ਲੱਭ ਕੇ ਇਹਨਾਂ ਨੂੰ ਸਹੀ ਜਗ੍ਹਾ ਤੇ ਲੈ ਕੇ ਜਾਣਾ ਇਹ ਮੁਹਿੰਮ ਵਾ ਬੇਸਿਕਲੀ ਇਸ ਗੱਲ ਨੂੰ ਕੋਈ ਸਮਝਦਾ ਨਹੀਂ ਪਿਆ ਮੈਂ ਕੰਮ ਕਿਹੜਾ ਕਰਦਾ ਪਿਆ ਆ ਤਾਂ ਕੀ ਨਸਲ ਕੁਸ਼ੀ ਸੌਖੀ ਹੋਵੇ ਸੌਖੀ ਜਾਵੇ ਇਹ ਨਸਲ ਕੁਸ਼ੀ ਸੌਖੀ ਜਾਵੇ ਤਾਂ ਕੀ ਨਸਲ ਕੁਸ਼ੀ ਸੌਖੀ ਜਾਵੇ ਇਹਦਾ ਮਤਲਬ ਨਹੀਂ ਮੈਨੂੰ ਪਤਾ ਲੱਗਾ ਥੋੜਾ ਪੰਜਾਬੀ 'ਚ ਲਿਖ ਦਿਓ ਥੋੜਾ ਜਿਹਾ ਅੱਛਾ ਇਹ ਜਿਹੜਾ ਅਭਿਆਨ ਆ ਇਹਦੇ ਬੜੇ ਡੀਪ ਰੂਟ ਆ ਇਹ ਅੱਜ ਇੱਥੋਂ ਸ਼ੁਰੂ ਹੋਇਆ ਆ ਕਵਿਤਾ ਦੀ ਇੱਕ ਬੁੱਕ ਆਊਗੀ ਬੁੱਕ ਤੋਂ ਬਾਅਦ ਮਿਊਜ਼ਿਕ ਆਏਗਾ ਮਿਊਜ਼ਿਕ ਤੋਂ ਬਾਅਦ ਰੇਡੀਓ ਸਟੇਸ਼ਨ ਹੋਏਗਾ ਰੇਡੀਓ ਸਟੇਸ਼ਨ ਦੇ ਨਾਲ ਟੀਵੀ ਹੋਏਗਾ ਸਾਡੀ ਐਸਟੈਬਲਿਸ਼ਮੈਂਟ ਆਪਣੇ ਬੰਦਿਆਂ ਦੀ ਹੋਏਗੀ ਮੈਂ ਉਹਨਾਂ ਬੰਦਿਆਂ ਨੂੰ ਹੌਲੀ ਹੌਲੀ ਲੱਭਣ ਦੀ ਕੋਸ਼ਿਸ਼ ਕਰਦਾ ਪਿਆ ਆ ਪਰ ਨਾਲ ਚੈਲੰਜ ਦੇ ਰਿਹਾ ਆ ਪਰ ਨਾਲ ਇਹ ਹਕੀਕਤ ਤੋਂ ਜਾਣੂ ਕਰਵਾ ਰਿਹਾ ਆ ਭਾਈ ਤੁਸੀਂ ਮਰੀ ਹੋਈ ਚੀਜ਼ ਨੂੰ ਜ਼ਿੰਦਾ ਕਰਨ ਲਈ ਆ ਰਹੇ ਹੋ ਤੁਸੀਂ ਐਦਾਂ ਨਾ ਸੋਚੋ ਕਿ ਤੁਹਾਡਾ ਰਸਤਾ ਸੌਖਾ ਆ ਤੁਸੀਂ ਤਾਂ ਮੈਨੂੰ ਐਦਾਂ ਕਹਿ ਰਹੇ ਹੋ ਕਿ ਮੈਨੂੰ ਪ੍ਰਸ਼ਨ ਐਦਾਂ ਨਾ ਪੁੱਛੋ ਕਿ ਭਾਈ ਤੁਸੀਂ ਮੈਨੂੰ ਅੱਜ ਹੀ ਹੱਲ ਦੱਸ ਦਿਓ ਤੇ ਆਪਣੇ ਪਾਸੇ ਇਹ ਹੱਲ ਹੋ ਜਾਵੇ ਉਹ ਭਾਈ ਇਹ 2 ਕਰੋੜ ਬੰਦਿਆਂ ਦਾ 100 ਸਾਲ ਦਾ ਮਸਲਾ ਆ ਮੈਂ ਕਿੱਥੋਂ ਲੱਭ ਲਵਾਂ ਇੰਗਲੈਂਡ ਵਿੱਚ ਐਦਾਂ ਬੈਠ ਕੇ ਪਰ ਹਾਂ ਮੈਂ ਜਿਹੜਾ ਕੰਮ ਕਰਦਾ ਪਿਆ ਆ ਉਸ ਕੰਮ ਦੇ ਜ਼ਰੀਏ ਅਗਲੇ ਮੈਂ ਕਿੰਨੀ ਵਾਰੀ ਕਹਿ ਚੁੱਕਾ ਹਾਂ 20-25 ਸਾਲ ਦਾ ਪ੍ਰੋਸੈਸ ਆ ਤਾਂ ਮੇਰੇ ਕੋਲ ਕੋਈ ਮਿਨਿਸਟਰੀ ਆ ਮੇਰੇ ਕੋਲ ਕੋਈ ਪਾਵਰ ਆ ਮੈਂ ਪਾਵਰ ਦੀ ਗੱਲ ਹਾਲੇ ਕਰੀ ਕਿੱਥੇ ਆ ਕੀਤੀ ਕਿਤੇ ਕਿਸਾਨ ਤਾਂ ਧਰਨਾ ਲਾਉਣ ਲਈ ਹਨ ਪਰ ਇਹਨਾਂ ਦੇ ਕਿਸਾਨ ਨਾਇਕ ਸਰਕਾਰ ਤੋਂ ਅੰਦਰ ਖਾਤੇ ਪੈਸੇ ਲੈ ਕੇ ਧਰਨੇ ਖਤਮ ਕਰ ਦਿੰਦੇ ਹਨ ਕਿਸਾਨਾਂ ਨੂੰ ਪਤਾ ਹੀ ਨਹੀਂ ਅੰਦਰ ਫੈਸਲੇ ਕੀ ਹੋਇਆ ਆਹੀ ਤਾਂ ਗੱਲ ਆ ਹੋ ਜਾਵੇ ਉਹਨਾਂ ਨੇ ਕਿਹਾ ਆ ਹੋ ਜਾਵੇ ਇਹ ਇੱਕ ਮਿੰਟ ਕੀ ਸੀਗਾ ਮੈਸੇਜ ਕੀ ਸੀਗਾ ਇਹ ਮੇਰੇ ਪਿਆਰੇ ਦਾ ਤਾਂ ਕੀ ਨਸਲਕੁਸ਼ੀ ਹੋ ਜਾਵੇ ਦੇਖੋ ਨਸਲਕੁਸ਼ੀ ਦੀ ਇਹਦੇ 'ਚ 2 ਪ੍ਰਸ਼ਨ ਆ ਨਸਲਕੁਸ਼ੀ ਮੈਂ ਕਹਿ ਰਿਹਾ ਹਾਂ ਮੈਂ ਕਿਸ ਸੰਦਰਭ ਦੇ ਵਿੱਚ ਕਹਿ ਰਿਹਾ ਹਾਂ ਨਸਲਕੁਸ਼ੀ ਦੀ ਸਾਫ਼ ਤੁਹਾਨੂੰ ਵਜ੍ਹਾ ਨਜ਼ਰ ਆ ਰਹੀ ਹੈ ਕਿ ਤੁਹਾਡੇ ਕੋਲੋਂ ਉਹ ਕਿਰਦਾਰ ਨਹੀਂ ਤੁਹਾਡੇ ਕੋਲੋਂ ਮੂਸੇ ਵਰਗੇ ਬੰਦੇ ਤੁਹਾਡੇ ਕੋਲ ਇਹੋ ਜਿਹੇ ਗਵਈਏ ਤੁਹਾਡੇ ਕੋਲ ਇਹ ਕੁੜੀਆਂ ਮੁੰਡੇ ਜਿਹੜੇ ਗਵਈਏ ਆ ਤੁਹਾਡੇ ਕੋਲ ਲੱਖਾਂ ਹੋ ਗਏ YouTube ਤੇ ਪਰ ਤੁਹਾਡੇ ਕੋਲੋਂ ਆਪਣੇ ਬੰਦਿਆਂ ਨੂੰ ਸਹੀ ਦਿਸ਼ਾ ਦੇਣ ਲਈ ਕਿੱਥੇ ਬੰਦੇ ਹੈਗੇ ਆ ਤੁਹਾਡੇ ਕੋਲੋਂ ਜਿਹੜੇ ਟੋਟਲ ਸਮਰਪਿਤ ਹੋਣ ਜਿਹੜੇ ਪ੍ਰੋਪਰ ਸਮਰਪਿਤ ਹੋਣ ਜਿਹੜਾ ਕਿ ਬੰਦਾ ਵਿਕ ਨਾ ਸਕੇ ਜਿਹੜਾ ਕਿ ਇੱਕ ਸ਼ੇਰ ਨੂੰ ਕਹਿ ਦੇਵੇ ਸ਼ਰੇਆਮ ਤੇਰੀ ਤਕੜੀ ਮੈਨੂੰ ਤੋਲੇ ਐਡਾ ਅਜੇ ਅਮੀਰ ਨਹੀਂ ਤੂੰ ਇਹੋ ਜਿਹੇ ਬੰਦੇ ਕਿੱਥੇ ਆ ਤੁਹਾਡੇ ਕੋਲੋਂ ਤੁਸੀਂ ਦੱਸੋ ਨਾ ਮੈਨੂੰ ਜੇ ਦੱਸੋਗੇ ਤਾਂ ਫਿਰ ਉਹਦੀ ਭਾਲ ਵੀ ਕਰੀਏ ਐਕਚੁਅਲੀ ਅੱਛਾ ਜੀ ਉਹ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾ ਰਹੇ ਨੇ ਪਰ ਸਾਨੂੰ ਆਉਂਦਿਆਂ ਤੋਂ ਬਗੈਰ ਕੁਝ ਯਾਦ ਨਹੀਂ ਇਨਸਾਨੀਅਤ ਦੇ ਲਈ ਕਿੱਥੇ ਕੌਣ ਲੜਦਾ ਮੀਤ ਧਾਲੀਵਾਲ ਅੱਛਾ ਜੀ ਇਹ ਅੱਗੇ ਹੈਪੀ ਸੋਹੀ ਕਹਿ ਰਹੇ ਜੀ ਬਚਾਇਆ ਜਾ ਸਕਦਾ ਹੈ ਬਚ ਵੀ ਜਾਵੇਗੀ ਜੇ ਸਭ ਦੀਪਕ ਵੀਰ ਜੀ ਦੀ ਤਰ੍ਹਾਂ ਸੋਚਣ ਤੇ ਹਕੂਮਤਾਂ ਦੇ ਖਿਲਾਫ ਖੜੇ ਹੋਣਗੇ ਦੇਖੋ ਸਭ ਤੋਂ ਪਹਿਲਾਂ ਮੈਂ ਜਿਸ ਗੱਲ ਦਾ ਰੌਲਾ ਪਾ ਰਿਹਾ ਹਾਂ ਉਹ ਇਹ ਰੌਲਾ ਪਾ ਰਿਹਾ ਹਾਂ
ਕਿ ਸਭ ਤੋਂ ਪਹਿਲਾਂ ਤੁਹਾਨੂੰ ਉਹ ਬੰਦੇ ਲੱਭਣੇ ਪੈਣਗੇ, ਸਭ ਤੋਂ ਪਹਿਲਾਂ, ਕਿ ਤੇਰੀ ਤਕੜੀ ਮੈਨੂੰ ਤੋਲੇ ਐਡਾ ਅਜੇ ਅਮੀਰ ਨਹੀਂ ਤੂੰ। ਇਹ ਗੱਲ ਨਹੀਂ ਆ, ਇਹ ਕੋਈ ਥਾਟ ਨਹੀਂ ਹੈ, ਇਹ ਕੋਈ ਕਵਿਤਾ ਨਹੀਂ ਹੈ ਜਿੱਦਾਂ ਇੱਥੇ ਲੱਖਾਂ ਬੰਦੇ ਕਵਿਤਾ ਪਾ ਰਹੇ ਤੇ ਨੀਚੇ ਕਮੈਂਟ ਆ ਰਹੇ ਆ ਤੇ ਹੱਸੀ ਜਾ ਰਹੇ ਆ ਕਿ ਹੋ ਗਿਆ ਮੇਰਾ ਅੱਜ ਦਾ ਕੰਮ ਹੋ ਗਿਆ, ਕਿਉਂਕਿ ਮੈਨੂੰ ਅੱਜ ਤਾਂ 50 ਕਮੈਂਟ ਆ ਗਏ, ਮੇਰੀ ਤਾਂ ਗੱਲ ਬਣ ਗਈ, ਰਾਈਟ, ਮੇਰੀ ਤਾਂ ਈਦ ਹੋ ਗਈ, ਐਕਚੁਅਲੀ ਮੇਰੀ ਤਾਂ ਦੀਵਾਲੀ ਹੋ ਗਈ। ਉਹ ਭਾਈ ਕਵਿਤਾ ਇਹਨੂੰ ਨਹੀਂ ਕਹਿੰਦੇ। ਕਵਿਤਾ ਦਾ ਕੈਰੈਕਟਰ ਪੂਰੇ ਚਰਿੱਤਰ ਪਰਿਵਰਤਨ ਕਵਿਤਾ ਦਾ ਅੰਦੋਲਨ ਹੁੰਦਾ ਆ। ਕਵਿਤਾ ਕਹਿੰਦੇ ਆ ਕਿ ਤੁਹਾਡੀ ਸਾਰੀ ਸਾਈਕੋਲੋਜੀ ਨੂੰ ਸ਼ਬਦ ਕੀ ਹੁੰਦਾ, ਸ਼ਬਦ। ਗੁਰਚਰਨ ਸਿੰਘ ਜੋਗੀ ਜੀ, ਜੀਓ ਵੀਰ ਦੀਪਕ ਪਾਰਸ ਜੀ, ਅੱਜ ਕਿਸਾਨਾਂ ਦੀ ਵਾਰੀ ਹੈ, ਕੱਲ ਕਿਸੇ ਹੋਰ ਦੀ ਹੋਵੇਗੀ। ਦੇਖੋ ਮੈਂ ਪਹਿਲਾਂ ਕਹਿ ਰਿਹਾ ਜੇ ਤੁਸੀਂ ਕਿਤੇ ਕਿਸਾਨ ਵਾਲੇ ਮਸਲੇ ਤੇ ਤੁਸੀਂ ਹਾਰ ਗਏ, ਤੁਸੀਂ ਸਮਝ ਲਓ ਤੁਸੀਂ ਖਤਮ ਹੋ। ਮੈਂ ਤਾਂ ਯਾਰ ਮੈਂ ਕਿਹੜੀਆਂ ਗੱਲਾਂ ਕਰਦਾ ਪਿਆ, ਤੁਸੀਂ ਤਾਂ ਮੇਰੀ ਜਾਨ ਦੇ ਦੁਸ਼ਮਣ ਬਣ ਜਾਓਗੇ ਜਿਹੜੀਆਂ ਮੈਂ ਗੱਲਾਂ ਕਰਦਾ ਪਿਆ ਆ। ਪਰ ਨਹੀਂ, ਮੈਂ ਇਸ ਤੋਂ ਪਹਿਲਾਂ ਹੀ ਬੰਦੇ ਨਾਲ ਲੱਭਣੇ ਆ ਕਿ ਤੇਰੀ ਤਕੜੀ ਮੈਨੂੰ ਤੋਲੇ ਐਡਾ ਅਜੇ ਅਮੀਰ ਨਹੀਂ ਤੂੰ। ਤੁਹਾਨੂੰ ਪਤਾ ਤੁਹਾਡੇ ਵਿੱਚ ਇਹ ਬੰਦੇ ਹੈਗੇ ਆ, ਤੁਹਾਡੇ ਅੰਦਰ ਇਹ ਬੰਦੇ ਬਹੁਤ ਆ। ਅੱਛਾ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਬਹੁਤ ਆ। ਦੇਖੋ ਡਾਕਟਰ ਗੁਰਜੀਤ ਸਿੰਘ ਆ ਗਏ ਹੈ, ਉਸਤਾਦ ਜੀ ਪੈਰੀ ਪੈਣੇ। ਅੱਛਾ ਜੀ, ਅੱਗੇ ਰੀਤ ਬਲਜੀਤ ਕਹਿ ਰਹੇ ਆ, ਅੱਜ ਕਿਸਾਨਾਂ ਦੀ ਵਾਰੀ ਹੈ, ਕੱਲ ਕਿਸੇ ਹੋਰ ਦੀ ਹੋਵੇਗੀ, ਇਸ ਲਈ ਦੇਰ ਲਈ ਹੀ ਸਹੀ ਪਰ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਪਰ ਸਵਾਲ ਫਿਰ ਉਹੀ ਕਿ ਅਗਵਾਈ ਕੌਣ ਕਰੇ। ਮੈਂ ਕਹਿੰਦਾ ਅਗਵਾਈ ਵੀ ਕਰਾਂਗੇ, ਆਗੂ ਵੀ ਲੱਭਾਂਗੇ। ਪਹਿਲਾਂ ਆਪਣੇ ਕਾਫਲੇ ਨੂੰ ਲੋਕਾਂ ਤੱਕ ਪਹੁੰਚਾਈਏ। ਅਸਲ ਵਿੱਚ ਸੱਚ ਝੂਠ ਦੀ ਜਿੰਨੀ ਦੇਰ ਤੱਕ ਸੱਚ ਝੂਠ ਦਾ ਸਾਡੇ ਕੋਲ ਬੰਦੇ ਸਾਡੀ ਗੱਲ ਹੀ ਨਹੀਂ ਪਹੁੰਚੂਗੀ, ਜਿੰਨੀ ਦੇਰ ਤੱਕ ਸਾਡੀ ਲੋਕ ਗੱਲ ਨਹੀਂ ਸੁਣਨਗੇ, ਜਦ ਤੱਕ ਸੁਣੋ ਸਾਨੂੰ ਬੰਦੇ ਐਟਲੀਸਟ ਲਗਭਗ ਸਾਨੂੰ ਲੱਖ 2 ਲੱਖ 5 ਲੱਖ 10 ਲੱਖ ਬੰਦਾ ਸੁਣਨਾ ਚਾਹੀਦਾ ਤੁਹਾਡੀਆਂ ਗੱਲਾਂ ਨੂੰ। ਤੁਹਾਡੀਆਂ ਗੱਲਾਂ ਜਦ ਤੱਕ 5-10 ਲੱਖ ਰੋਜ਼ ਬੰਦਾ ਨਹੀਂ ਸੁਣਦਾ, ਤਦ ਤੱਕ ਇਹ ਪਰਿਵਰਤਨ ਇਹਨਾਂ ਬੰਦਿਆਂ ਦੇ ਵਿੱਚੋਂ ਵੱਡੇ ਸੂਰਮੇ ਨਹੀਂ ਲੱਭਣੇ। ਇਹਨਾਂ ਵੱਡਿਆਂ ਵਿੱਚ ਉਸਤਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਆਗੇ ਹੈ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ, ਪੈਟਰੋਲ ਪੰਪਾਂ, ਆਪਣੇ ਰਿਫਾਈਨਰੀਆਂ, ਥਰਮਲ ਪਲਾਂਟਾਂ, ਸੜਕਾਂ ਤੇ ਦਿੱਤੇ ਧਰਨਿਆਂ ਦਾ ਕੋਈ ਫਾਇਦਾ ਨਹੀਂ ਹੁੰਦਾ ਜਿੰਨਾ ਚਿਰ ਮੁੱਢ ਤੋਂ ਫੜਿਆ ਨਹੀਂ ਜਾਂਦਾ। ਤੇ ਉਹਨਾਂ ਦੇ ਨੇੜੇ ਲੱਗਣ ਲਈ ਸਾਰੇ ਰਲ ਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਧੱਕਾ ਦੇ ਰਹੇ ਹਨ। ਮੈਂ ਆ ਰਿਹਾ ਹਾਂ ਹੌਲੀ ਕੋਈ ਫਿਕਰ ਨਾ ਕਰੋ। ਪਰ ਇੱਕ ਗੱਲ ਤੁਸੀਂ ਸਮਝੋ, ਮੇਰੀ ਗੱਲ, ਤੁਸੀਂ ਇਸ ਗੱਲ ਨੂੰ ਲੱਖਾਂ ਲੋਕਾਂ ਤੱਕ ਪਹਿਲਾਂ ਪਹੁੰਚਾਓ। ਸਭ ਤੋਂ ਪਹਿਲਾਂ ਕਿ ਅਸਲ ਦੇ ਵਿੱਚ ਤੁਹਾਡੇ ਸਾਹਿਤਕਾਰਾਂ ਦੇ ਵਿੱਚੋਂ ਕਿਹੜਾ ਬੰਦਾ ਆ ਜਿਹੜਾ ਤੇਰੀ ਤਕੜੀ ਮੈਨੂੰ ਤੋਲੇ ਐਡਾ ਅਜੇ ਅਮੀਰ ਨਹੀਂ ਤੂੰ। ਤੁਸੀਂ ਕਿਹੜੇ ਬੰਦੇ ਆ? ਤੁਹਾਡੇ ਕੋਲ ਕਿਸਾਨ ਅੰਦੋਲਨ ਵਿੱਚ ਹੀ ਬੰਦੇ ਵਿਕ ਗਏ ਤੇ ਜਿਨ੍ਹਾਂ ਨੇ ਸਭ ਤੋਂ ਵੱਡੀ ਗੱਲ ਇਸ ਤੇ ਮੁਹਿੰਮ ਅੱਗੇ ਤਿਆਰ ਕਰਨੀ ਸੀ। ਤੁਸੀਂ ਦੱਸੋ ਤੁਸੀਂ ਕਿੱਥੋਂ ਐਸਟੈਬਲਿਸ਼ ਕਰ ਲਓਗੇ ਗੱਲਾਂ ਨੂੰ। ਇਸ ਕਰਕੇ ਸਾਨੂੰ ਇਹਨੂੰ ਸਾਰੀ ਬਾਗਡੋਰ ਨੂੰ ਆਪਣੇ ਹੱਥ ਵਿੱਚ ਲੈ ਕੇ ਆਣਾ ਆ। ਇਹਦੇ ਵਿੱਚ ਹੁਣ ਅਗਲੀ ਗੱਲ, ਇਹ ਫੇਲ ਹੁੰਦਾ ਆ ਹੋਵੇ, ਇਹ ਪਾਸ ਹੁੰਦਾ ਆ ਹੋਵੇ, ਮੈਨੂੰ ਤਾਂ ਪਤਾ ਆ ਹੋਣਾ ਕੀ ਆ, ਠੀਕ ਆ ਨਾ ਜੀ। 10 ਵੀ ਚੁੱਕਾ ਆ ਤੁਹਾਨੂੰ, ਮੈਨੂੰ ਤਾਂ ਇਸ ਗੱਲ ਦਾ ਪਤਾ ਆ ਭਣਕਾ। ਪਰ ਇਹਦੇ ਤੋਂ ਬਾਅਦ ਵੀ ਅਸੀਂ ਹਾਰਨਾ ਨਹੀਂ, ਅਸੀਂ ਪਿੱਛੇ ਹਟਣਾ ਨਹੀਂ। ਇਹਦਾ ਮਤਲਬ ਇਹ ਹੋਇਆ ਕਿ ਸਾਡੇ ਕੋਲੋਂ ਹਾਲੇ ਗੁਰੂਆਂ ਦਾ ਫਲਸਫਾ ਸਾਡੇ ਕੋਲ ਹੈਗਾ ਆ, ਸਾਡੀ ਕਿਤਾਬ ਦਾ ਸਾਡੇ ਕੋਲ ਫਲਸਫਾ ਹੈਗਾ ਆ, ਅਸੀਂ ਉਹਨੂੰ ਕਰ ਲਾਂਗੇ ਆਪਣਾ ਕੰਮ। ਮਸਲਾ ਹੁਣ ਇੱਥੇ ਖੜਿਆ ਹੋਇਆ ਆ ਕਿ ਅਸੀਂ ਇਸ ਗੱਲ ਨੂੰ ਅੱਗੇ ਤੋਰੀਏ ਤਾਂ ਕਿੱਦਾਂ ਤੋਰੀਏ। ਕੋਲੇ ਦੀਆਂ ਖਾਨਾਂ ਚੋਂ ਹੀਰੇ ਨਹੀਂ ਲੱਭਣੇ ਇਹ ਜਿੰਨੇ ਚਿਰ ਫਰੋਲਿਆ ਨਾ। ਬਿਲਕੁਲ ਵੀਰ ਜੀ, ਬਸ ਇਹੀ ਬੰਦੇ ਲੱਭਣ ਦੀ ਲੋੜ ਹੈ ਬਾਜ ਵਾਲੀ ਅੱਖ ਨਾਲ। ਅੱਛਾ ਜੀ, ਮੈਂ ਦੇਖੋ ਮੇਰੇ ਕੋਲੋਂ ਸੱਚ ਦੱਸਾਂ ਤੁਹਾਡੇ ਦੀਪਕ ਪਾਰਸ ਕੋਲ ਹੱਲ ਹੈ, ਮੈਂ ਸੱਚ ਕਹਿੰਦਾ ਆ, ਮੇਰੇ ਕੋਲ ਹੱਲ ਹੈਗਾ ਆ। ਤੁਸੀਂ ਹੁਣ ਹੱਸੋਗੇ ਕਿ ਭਾਈ ਜੇ ਹੱਲ ਹੈਗਾ ਤੇ ਹੱਲ ਲੱਭਦੇ ਕਿਉਂ ਨਹੀਂ ਪਈ। ਉਹ ਭਾਈ ਹੱਲ ਐਦਾਂ ਨਹੀਂ ਹੈ ਕਿ ਮੈਂ ਗੱਡੀ ਥੱਲੇ ਜਾ ਕੇ ਸਿਰ ਦੇ ਦੇਵਾਂ। ਹੱਲ ਨਾਲ ਹੋਣਾ ਆ। ਹੱਲ ਹਕੂਮਤਾਂ ਜਿੱਥੇ ਬੈਠੀਆਂ ਹੋਈਆਂ ਉੱਥੇ ਆਪਣੇ ਬੰਦੇ ਲਿਜਾ ਕੇ ਬਿਠਾਣੇ ਪੈਣੇ ਆ, ਰਾਈਟ। ਮਰਦਾਨਗੀ ਨਹੀਂ ਆਬਾਦੀ ਵਧਾਉਂਦਾ, ਮਰਦਾਨਗੀ ਹੈ ਤਾਂ ਮਰਦ ਜਗਾਉਂਦਾ, ਮਰਦਾਨਗੀ ਹੈ ਮਰਦ ਜਗਾਉਂਦਾ, ਮਰਦਾਨਗੀ ਨਹੀਂ ਆਬਾਦੀ ਵਧਾਉਂਦਾ, ਮਰਦਾਨਗੀ ਹੈ ਮਰਦ ਜਗਾਉਂਦਾ। ਬਹੁਤ ਵਧੀਆ ਮੁਕੇਸ਼ ਦੀਪਕ ਪਾਰਸ
ਪਾਰਸ ਨੇ ਕਿਹਾ, ਜਦ ਵੀ ਲੋਕ ਕਿਸੇ ਆਗੂ ਨਾਲ ਜੁੜਦੇ ਹਨ ਤਾਂ ਉਹ ਆਗੂ ਭੱਜ ਕੇ ਸਰਕਾਰਾਂ ਨਾਲ ਜੁੜ ਜਾਂਦੇ ਹਨ, ਗੱਲ ਫੇਰ ਉੱਥੇ ਦੀ ਉੱਥੇ ਹੀ ਖੜੀ ਰਹਿੰਦੀ ਹੈ। ਆਹੀ ਤਾਂ ਸਾਡਾ ਮਸਲਾ ਆ, ਜਿੱਥੇ ਐਕਚੁਅਲੀ ਖੜ ਕੇ ਮੈਂ ਗੱਲ ਕਰਨੀ ਚਾਹੁੰਦਾ ਆ। ਮਸਲਾ ਹੀ ਇਹ ਆ ਅਸਲ ਦੇ ਵਿੱਚ, ਤੁਹਾਡਾ ਆਗੂ, ਮੈਂ ਤਾਂ ਸਿੰਪਲ ਕਹਿੰਦਾ ਆ ਕਿ ਤੁਹਾਡਾ ਆਗੂ ਜਿਹੜਾ ਤੁਹਾਡਾ ਆਗੂ ਬਣੇ, ਅਸਲ ਦੇ ਵਿੱਚ ਸਭ ਤੋਂ ਪਹਿਲਾਂ ਉਹ ਜਿਹੜਾ ਕੋਰ ਕਮੇਟੀ ਆ, ਜਿਹੜਾ ਸਿਸਟਮ ਆ, ਉਹ ਕਿਸੇ ਨੂੰ ਆਗੂ ਮਿਲ ਨਹੀਂ ਸਕਦਾ ਬੰਦਿਆਂ ਨੂੰ, ਰਾਈਟ। ਆਗੂ ਨਹੀਂ ਮਿਲ ਸਕਦਾ ਕਿਸੇ ਵੀ ਬੰਦੇ ਨੂੰ। ਜੇ ਆਗੂ ਕਿਸੇ ਵੀ ਪਾਰਟੀ ਦੇ ਵਿੱਚ ਮਿਲੂਗਾ, ਜਦ ਵੀ ਕੁਝ ਵੀ ਮਿਲੇਗਾ, ਉਹਦੇ ਨਾਲ 500 ਬੰਦਾ ਬਰਾਬਰ ਨਾਲ ਹੋਏਗਾ, ਤਾਂ ਕਿ ਉਹ ਗੱਲ ਕੀ ਕਰਦਾ ਪਿਆ ਆ, ਉਹਦੀ ਗੱਲ ਕਰਦਾ ਕੀ ਪਿਆ, ਉਹ ਅੰਦਰ ਖਾਤੇ ਕੋਈ ਖੇਡ ਤਾਂ ਨਹੀਂ ਖੇਡ ਗਿਆ ਤੁਹਾਡੇ ਨਾਲ। ਅਸਲ ਦੇ ਵਿੱਚ ਤੁਹਾਡੇ ਕੋਲੋਂ ਨਿਰੋਲ ਪਿਓਰ ਪਵਿੱਤਰ ਆਗੂ ਚਾਹੀਦਾ ਆ। ਕੀ ਚਾਹੀਦਾ ਆ? ਤੁਹਾਨੂੰ ਪਿਓਰ ਪਵਿੱਤਰ ਆਗੂ ਚਾਹੀਦਾ ਆ। ਜਿੰਨੀ ਦੇਰ ਤੱਕ ਤੁਹਾਡੇ ਕੋਲ ਉਹ ਆਗੂ ਨਹੀਂ ਆਂਦਾ, ਤਦ ਤੱਕ ਤੁਸੀਂ ਗਏ। ਤੁਹਾਨੂੰ ਕੋਈ ਬਚਾਉਣ ਵਾਲਾ ਨਹੀਂ ਆ ਸਕਦਾ। ਸਭ ਤੋਂ ਵੱਡੀ ਇਹ ਗੱਲ ਆ ਕਿ ਜੇਕਰ ਤੁਸੀਂ ਜਿਉਣਾ ਆ, ਜੇਕਰ ਤੁਸੀਂ ਆਪਣੀ ਐਸਟੈਬਲਿਸ਼ਮੈਂਟ ਕਰਨੀ ਆ, ਤੇ ਤੁਹਾਨੂੰ ਇਸ ਗੱਲ ਨੂੰ ਸਮਝਣਾ ਪਏਗਾ। ਅਦਰਵਾਈਜ਼ ਕੋਈ ਹੱਲ ਨਹੀਂ ਇਹਦਾ ਹੱਲ ਬਸ ਇਹੀ ਆ ਕਿ ਮੈਂ ਜੋ ਕਹਿ ਰਿਹਾ ਆ, ਇਸ ਗੱਲ ਨੂੰ ਹੌਲੀ ਅਸੀਂ ਮੈਂ ਕੋਈ ਟੀਵੀ ਚੈਨਲ ਤਿਆਰ ਕਰਦਾ, ਮੈਂ YouTube ਦਾ ਚੈਨਲ ਤਿਆਰ ਕਰਦਾ ਆ, ਮੈਂ ਅਸਲ ਦੇ ਵਿੱਚ ਬੰਦਿਆਂ ਨੂੰ ਇਨਵੋਲਵ ਕਰਦਾ, ਉੱਥੋਂ ਬੰਦੇ ਲੱਭਦੇ ਆ। ਅਸਲ ਵਿੱਚ ਹੋਇਆ ਆ, ਅਸੀਂ ਬੰਦਿਆਂ ਨੂੰ ਲੱਭਣਾ ਆ। ਅਸੀਂ ਕੀ ਕਰਨਾ ਆ? ਅਸੀਂ ਆਪਣੇ ਬੰਦਿਆਂ ਨੂੰ ਲੱਭਣਾ ਆ, ਫਾਈਂਡ ਆਊਟ। ਪਹਿਲਾਂ ਤਾਂ ਉਹਨਾਂ ਨੂੰ ਫਾਈਂਡ ਆਊਟ ਕਰਨਾ ਹੈ, ਲੱਭਣਾ ਆ। ਅਸੀਂ ਜਿੱਦਾਂ ਮੈਂ ਹੁਣ ਆਪਣੇ ਰੀਤ ਬਲਜੀਤ ਨੂੰ 8 ਮਹੀਨੇ ਦੇ ਵਿੱਚ ਲਗਾਤਾਰ, ਰੀਤ ਬਲਜੀਤ ਆਇਆ ਸਾਹਮਣੇ, ਸੋਹੀ ਆਇਆ, ਮੀਤ ਧਾਲੀਵਾਲ ਆਇਆ, ਇਹ ਬੰਦਿਆਂ ਨੂੰ ਲੱਭ ਕੇ ਇਹਨਾਂ ਨੂੰ ਖੜੇ ਕਰਨਾ ਆ। ਇਹਨਾਂ ਨੂੰ ਖੜੇ ਕਰਕੇ ਇਹਨਾਂ ਦੀ ਐਸਟੈਬਲਿਸ਼ਮੈਂਟ ਕਰਨੀ ਆ। ਐਸਟੈਬਲਿਸ਼ਮੈਂਟ ਕਰਨ ਤੋਂ ਬਾਅਦ ਚੇਂਜ ਆਣੀ ਆ। ਇੱਦਾਂ ਕਿੱਦਾਂ ਹੋ ਜਾਊਗਾ? ਇਹ ਤਾਂ ਉਹ ਗੱਲਾਂ ਹੋ ਗਈਆਂ ਬੇਵਕੂਫਾਂ ਵਾਲੀਆਂ ਕਿ ਅਸਲ ਦੇ ਵਿੱਚ ਚੇਂਜ ਹੀ ਰਾਤੋਂ ਰਾਤ। ਤੁਸੀਂ ਦੱਸੋ ਜੀ ਕਿਹੜੀ ਜਨਮ ਕੁੱਟੀ ਹੈ? ਇਹ ਉਹੀ ਗੱਲ ਹੋ ਗਈ, ਉਹ ਜਿਹੜੇ ਬ੍ਰਹਮ ਗਿਆਨੀ ਨਾ ਤਬੀਤ ਦੇ ਕੇ ਸਭ ਕੁਝ ਬਦਲ ਦਿੰਦੇ ਆ, ਹਨਾ। ਉਹ ਤਬੀਤ ਜਿਹਾ ਘੋਲ ਕੇ ਕਹਿੰਦੇ ਕਿ ਠੀਕ ਹੈ, ਤੇਰਾ ਵੀਜ਼ਾ ਲੱਗ ਜਾਊਗਾ ਜੀ, ਤੇਰਾ ਆਹ ਹੋ ਜਾਊਗਾ, ਤੇਰਾ ਉਹ ਹੋ ਜਾਊਗਾ। ਇਹੋ ਜਿਹੀਆਂ ਕੋਈ ਰਾਮ ਕਹਾਣੀਆਂ ਨਹੀਂ ਚੱਲਣੀਆਂ ਇੱਥੇ ਤਾਂ ਸਿੱਧੀਆਂ ਬਿਲਕੁਲ ਦਰੁਸਤ ਕੱਲਾ ਕੋਈ ਇੱਕ ਆਗੂ ਹੋਣਾ ਹੀ ਨਹੀਂ ਚਾਹੀਦਾ। ਸਮੁਦਾਇ ਨੂੰ ਹੀ ਸਾਰੇ ਨੂੰ ਆਗੂ ਮੰਨ ਲੈਣਾ ਚਾਹੀਦਾ ਹੈ। ਦੇਖੋ ਇਹਦੀ ਇੱਕ ਸਹੀ ਵਿਉਂਤਬੰਦੀ ਬਣੇ, ਇਹਦੀ ਇੱਕ ਸਹੀ ਗੱਲ ਹੋਵੇ, ਇਹਦੇ ਸਹੀ ਮੈਸੇजेस ਜਾਣ। ਤੇ ਜਿੰਨੀ ਦੇਰ ਤੱਕ ਅਸੀਂ ਆਪਣੀਆਂ ਗੱਲਾਂ ਕਰਦੇ ਪਏ ਆ, ਸਾਨੂੰ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਨਾ ਪੈਣਾ ਆ। ਮੇਰੇ ਕੋਲ ਦੇਖੋ, ਮੈਂ ਤੁਹਾਨੂੰ ਸੱਚ ਦੱਸਾਂ, ਮੇਰੇ ਕੋਲ 4-5 ਸਾਲ ਮੈਂ ਲਗਾਤਾਰ ਕਰ ਸਕਦਾ, ਬੋਲ ਸਕਦਾ ਹਾਂ, ਠੀਕ ਹੈ ਨਾ। ਮੈਕਸੀਮਮ 8 ਮਹੀਨੇ ਹੋ ਗਏ ਆ, ਹੋਰ ਬੋਲਾਂਗਾ। ਫਿਰ ਇਸ ਤੋਂ ਬਾਅਦ ਇਹਦੀ ਇੱਕ ਪ੍ਰੋਗਰੈਸ ਵੀ ਕਰਦਾ ਪਿਆ ਆਪਣੇ ਵੱਲੋਂ। ਬਟ ਇੱਕ ਦੀਪਕ ਪਾਰਸ ਆਖਰ ਉਹਦੀ ਕਿੰਨੀ ਕੁ ਲਿਮਿਟ ਤੱਕ ਉਹ ਫੈਲ ਜਾਊਗਾ? ਆਖਰ ਕਿੰਨਾ ਕੁ ਫੈਲ ਜਾਏਗਾ? ਤੁਸੀਂ ਦੇਖੋ ਕਿੰਨਾ ਵਕਤ ਦਿੰਦੇ ਹੋ। ਤੁਹਾਨੂੰ ਚਾਹੀਦਾ ਆ ਕਿ ਸਾਰੀ ਗੱਲ ਨੂੰ ਸਮਝ ਕੇ ਅੱਗੇ ਗੱਲ ਕੀਤੀ ਜਾਵੇ। ਗੱਲ ਜਦ ਤੱਕ ਤੁਸੀਂ ਅੱਗੇ ਨਹੀਂ ਤੋਰੋਗੇ, ਤਦ ਤੱਕ ਗੱਲ ਇੱਥੇ ਹੀ ਖੜੀ ਹੋਈ ਆ। ਸੁਣੀ ਜਾਓ ਜਿੰਨੀਆਂ ਕੁ ਸੁਣਨੀਆਂ ਆ, ਹੋਰ ਕਵਿਤਾਵਾਂ ਸੁਣਾ ਦਾਂਗਾ, ਹੋਰ ਗੱਲਾਂ ਕਰ ਲਾਂਗਾ, ਪਰ ਗੱਲ ਹੱਲ ਤਾਂ ਨਹੀਂ ਹੋਈ। ਅਸੀਂ ਤਾਂ ਗੱਲ ਹੱਲ ਕਰਨ ਤੇ ਆਏ ਹੋਏ ਆ। ਅੱਗੇ ਮੈਂ ਤੁਹਾਡੇ ਨਾਲ ਇਹਦੇ ਇੱਕ ਪ੍ਰਸ਼ਨ ਹੋਰ ਕਰ ਲਵਾਂ, ਫਿਰ ਅਸੀਂ ਬਸ ਇਜਾਜ਼ਤ ਲਵਾਂਗੇ। ਟਾਈਮ ਕਿੰਨਾ ਹੋ ਗਿਆ ਇਹਦਾ? 53 ਮਿੰਟ ਹੋ ਗਏ। ਆਪਾਂ 7-8 ਮਿੰਟ ਹੋਰ ਲਗਾ ਲੈਂਦੇ ਹਾਂ। ਅੱਜ ਸਾਡੀਆਂ ਦਿੱਤੀਆਂ ਦਲੀਲਾਂ ਨੇ ਅਤੇ ਸਮਾਜ ਦੀ ਕਿਹੋ ਜਿਹੀ ਬਣਤਰ ਬਣਾ ਦਿੱਤੀ ਹੈ। ਅੱਗੇ ਇਹ ਕਿਸਾਨ ਅੰਦੋਲਨ ਦਾ ਅਸਰ ਅਤੇ ਜੱਟ ਸ਼ਬਦ ਦੀ ਮਨੋਵਿਗਿਆਨਿਕ ਜਿਹੜਾ ਸੱਚ ਵਾ ਉਹ ਕੀ ਆ? ਅਸੀਂ ਜਿਹੜਾ ਸ਼ਰਾਬ ਬ੍ਰਾਂਡ ਆ, ਜਾਂ ਤੁਸੀਂ ਅੱਜ ਪੰਜਾਬੀ ਬੰਦੇ, ਤੁਸੀਂ ਇੱਕ ਨੈਗੇਟਿਵ ਸਾਈਕੋਲੋਜੀ ਦੀ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਪੰਜਾਬੀ ਬੰਦਿਆਂ ਦੀ ਹੋ ਚੁੱਕੀ ਆ। ਤੇ ਤੁਸੀਂ ਆਸ ਦੀ ਕਿਰਨ ਹੋ ਸਰ ਜੀ, ਮੀਤ ਧਾਲੀਵਾਲ ਕਹਿ ਰਹੇ ਆ ਤੁਸੀਂ ਆਸ ਦੀ ਕਿਰਨ ਹੋ। ਅਸਲੀ ਸਰਕਾਰਾਂ ਨੇ ਇੱਕ ਬਾਉਂਡਰੀ ਲਾਈਨ ਲਗਾਈ ਹੋਈ ਹੈ। ਜਦੋਂ ਅਸੀਂ ਆਪਣੇ ਆਗੂਆਂ ਦੇ ਨਾਲ ਤੁਰਦੇ ਹਾਂ ਤਾਂ ਅੱਗੇ ਬਾਉਂਡਰੀ ਲਾਈਨ ਆ ਜਾਂਦੀ ਹੈ, ਜਿੱਥੇ ਕੁਰਸੀ ਦੇ ਯਾਰ ਖੜੇ ਹੁੰਦੇ ਨੇ। ਫਿਰ ਸਾਡਾ ਆਗੂ ਵਿਕ ਜਾਂਦਾ, ਅਸੀਂ ਫੇਰ ਆਊਟ ਹੋ ਕੇ ਬਾਹਰ। ਇਹ ਆਪਣੇ ਹੈਪੀ ਸੋਹੀ ਕਹਿ ਰਹੇ, ਵੈਰੀ ਵੈਲਿਡ ਕੁਐਸਚਨ। ਇਸ ਨੂੰ ਭੇਦਨਾ ਤੁਸੀਂ ਕਹਿੰਦੇ ਨਾ ਅਭਿਮਨਿਊ,
ਭੇਦ ਨਾ ਕਿਸੇ ਚੀਜ਼ ਨੂੰ, ਕਿਸੇ ਫਾਰਮੂਲੇ ਨੂੰ ਸੋਲਵ ਕਰਨਾ। ਜਿੱਦਾਂ ਆਪਾਂ ਵਾਇਰਸ ਨੂੰ ਕਰਦੇ ਹਾਂ, ਲੱਭਦੇ ਹਾਂ ਕਿ ਕਿਹੜਾ ਵਾਇਰਸ ਆ, ਇਸ ਨੂੰ ਭੇਦਣਾ ਆ। ਇਹ ਭੇਦ ਹੀ ਅਸਲ ਦੇ ਵਿੱਚ ਸਾਰੇ ਫਲਸਫੇ ਦਾ ਕਾਰਨ ਆ। ਇਹ ਭੇਦ ਸਿਰਫ ਫਿਲਾਸਫੀ ਵਾਲੇ ਬੰਦੇ ਕਰ ਸਕਦੇ ਆ, ਬੌਧਿਕ ਬੰਦੇ ਇਸ ਨੂੰ ਭੇਦ ਸਕਦੇ ਆ। ਇਹਨੂੰ ਇਹ ਕੀ ਆ ਸੁਬਾਹ ਨੂੰ ਕਿਸੇ ਨੇ ਇਹਨੂੰ ਕਰ ਦਿੱਤਾ, ਇਹਨੂੰ ਸੋਲਵ ਕਰ ਲਿਆ, ਨਹੀਂ। ਇਹਦੀ ਇੱਕ ਬੌਧਿਕਤਾ ਦਾ, ਇਹਦਾ ਇੱਕ ਟਰੈਕ ਆ, ਉਸ ਟਰੈਕ ਤੇ ਕੰਮ ਹੋਏਗਾ। ਜੇ ਤੁਸੀਂ ਉਸ ਫਲਸਫੇ ਤੇ ਨਹੀਂ ਕੰਮ ਕਰੋਗੇ, ਕਦੇ ਵੀ ਸਕਸੈਸ ਨਹੀਂ ਹੋਣਾ। ਸਭ ਤੋਂ ਪਹਿਲਾਂ ਇਹਦੇ ਵਿੱਚ ਇੱਕ ਨੈਤਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਆ। ਅੱਗੇ ਤਰਲੋਚਨ ਦੁੱਗਲ ਜੀ ਕਹਿੰਦੇ ਪੰਜਾਬ ਦੇ ਹਾਲਾਤ ਹੌਲੀ ਹੌਲੀ ਲੋਕਾਂ ਦੀ ਆਪਣੀ ਬੇਸਮਝੀ, ਖੁਦਗਰਜ਼ੀ, ਲਾਲਸਾਵਾਂ ਕਾਰਨ ਬਿਗੜਦੇ ਮਰਦੇ ਲੋਕ ਬੇਜਾਨ ਹੋ ਚੁੱਕੇ ਹਨ। ਅੱਜ ਮੁਰਝਾਏ ਹੋਏ ਕਿਸਾਨ ਉੱਠਣ ਦਾ ਯਤਨ ਕਰ ਰਹੇ ਹਨ। ਕਈ ਤਾਰਪੀਡੋ ਲਈ ਵੀ ਤਿਆਰ ਬਰ ਤਿਆਰ ਹਨ। ਵਾਹਿਗੁਰੂ ਭਲਾ ਕਰੇ, ਇਹਨਾਂ ਨੂੰ ਸੁਮਤ ਬਖਸ਼ੇ, ਏਕਤਾ ਤੇ ਯਤਨਸ਼ੀਲ ਰਹੇ ਤੇ ਕਾਮਯਾਬ ਹੋ ਸਕਦੇ ਹਨ। ਅੱਜ ਦਾ ਬਹਿਸ ਵਿਸ਼ਾ ਕਿਸਾਨਾਂ ਦੇ ਮੋਰਚੇ ਤੇ ਹੀ ਆਕਾਸ਼ ਰੇਡੀਓ ਤੇ ਹੁਣ 4 ਵਜੇ ਤੋਂ 6 ਵਜੇ ਤੱਕ ਹੋਵੇਗਾ। ਮੇਰੀ ਜ਼ਿੰਮੇਵਾਰੀ ਉਸ ਵਿੱਚ ਹਿੱਸਾ ਲੈਣਾ ਵੀ ਹੈ, ਸੋ ਖਿਮਾ ਕਰਨਾ, ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛਾ ਮੈਸੇਜ ਦੇ ਕੇ ਤਰਲੋਚਨ ਦੁੱਗਲ ਜੀ ਵਿਦਾ ਹੋਏ। ਇਹਨਾਂ ਨੂੰ ਬਹੁਤ ਚੰਗੀ ਗੱਲ ਹੋਈ ਆਪਣੇ ਕਿ ਉਹ ਅਗਲੇ ਆਪਣੇ ਪ੍ਰੋਗਰਾਮ ਨੂੰ ਵੀ ਹੁਣ ਵਿੱਚ ਸ਼ਾਮਲ ਹੋਣਗੇ। ਅੱਗੇ ਹਰਗੋਬਿੰਦ ਸ਼ੇਖਪੁਰੀਆ ਜੀ ਕਹਿੰਦੇ ਬੜੇ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਚੁਣ ਕੇ MP ਤੇ ਮੰਤਰੀ ਬਣਾਏ, ਉਹ ਉਹਨਾਂ ਨੂੰ ਮਿਲਣਾ ਹੀ ਨਹੀਂ ਚਾਹੁੰਦੇ ਤੇ ਕਿਸੇ ਆਫੀਸਰ ਨੂੰ ਕਿਸਾਨਾਂ ਨਾਲ ਮਿਲਾ ਕੇ ਨਿਰਾਸ਼ਾ ਵਾਪਸ ਕਰ ਦਿੰਦੇ ਹਨ। ਪਰ ਦੂਜੇ ਪਾਸੇ ਪੰਜਾਬ ਵਿੱਚ ਮੰਤਰੀ ਕੇਂਦਰ ਦੇ ਧੱਕੇ ਖਾਣ ਆਏ ਹਨ। ਸੋ ਅੱਜ ਸਾਰੀਆਂ ਗੱਲਾਂ ਅਸੀਂ ਆਪਣੇ ਵਿਚਾਰ ਤੋਂ ਕੀਤੀਆਂ, ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਕਰਕੇ ਚਲੋ ਅਸੀਂ ਕਿਤੇ ਤਾਂ ਅਸੀਂ ਪਹੁੰਚਾਂਗੇ, ਅਸੀਂ ਨਿਰਾਸ਼ ਨਹੀਂ ਹਾਂ। ਦੇਖੋ, ਮੈਂ ਨਿਰਾਸ਼ ਨਹੀਂ ਹਾਂ, ਮੈਂ ਪ੍ਰੈਕਟੀਕਲ ਕਵੀ ਹਾਂ, ਮੈਂ ਨਿਰਾਸ਼ ਕਵੀ ਨਹੀਂ ਹਾਂ। ਮੈਂ ਰਸਤਾ ਲੱਭਣ ਦੀ ਕੋਸ਼ਿਸ਼ ਕਰਦਾ ਪਿਆ ਹਾਂ ਕਿ ਜਿੱਥੋਂ ਅਸੀਂ ਐਂਟਰ ਹੋਣਾ ਆ, ਜਿਸ ਰਸਤੇ ਤੋਂ ਅਸੀਂ ਐਂਟਰ ਹੋਣਾ ਆ, ਠੀਕ ਨਾ, ਉਸ ਰਸਤੇ ਤੋਂ ਐਂਟਰ ਹੋ ਕੇ ਅਸੀਂ ਆਪਣਾ ਕੰਮ ਸ਼ੁਰੂ ਕਰਾਂਗੇ, ਅਸੀਂ ਆਪਣਾ ਲਗਾਤਾਰ ਕੰਮ ਸ਼ੁਰੂ ਕਰਾਂਗੇ। ਇਸ ਕਰਕੇ ਸਾਨੂੰ ਕਵਿਤਾ ਦੇ ਵਿੱਚ ਬਹੁਤ ਚੰਗੇ ਨਿਰੋਲ, ਸਹੀ, ਸ਼ੁੱਧ, ਪ੍ਰੋਪਰ ਬੱਚੇ ਕਵੀ ਚਾਹੀਦੇ ਆ ਸਭ ਤੋਂ ਪਹਿਲਾਂ। ਫਿਰ ਉਸ ਤੋਂ ਬਾਅਦ ਸਾਨੂੰ ਡਿਬੇਟਸ ਲਈ ਬੱਚੇ ਚਾਹੀਦੇ ਆ ਤਾਂ ਕਿ ਉਹ ਡਿਬੇਟ ਵਿੱਚ ਬਹਿਸ ਕਰ ਸਕਣ, ਉਹ ਇੰਨੇ ਕਾਬਲ ਹੋਣ ਕਿ ਉਹ ਆਪਣੀ ਬਹਿਸ ਦੇ ਵਿੱਚ ਹਿੱਸਾ ਲੈ ਸਕਣ। ਫਿਰ ਉਸ ਤੋਂ ਬਾਅਦ ਤੀਜੇ ਲੈਵਲ ਤੇ ਜਾ ਕੇ ਅਸੀਂ ਆਪਣੀ ਰੇਡੀਓ ਫਿਰ ਸੰਗੀਤ ਦੇ ਵਿੱਚ ਆ ਸਕਣ। ਅਸੀਂ ਉਸ ਨੂੰ ਫਿਰ ਜ਼ਮੀਨ ਤੇ ਲੈ ਕੇ ਆਵਾਂਗੇ। ਫਿਰ ਜ਼ਮੀਨ ਤੇ ਜਦੋਂ ਆਏਗੀ ਗੱਲ, ਫਿਰ ਉੱਥੋਂ ਗੱਲ ਸ਼ੁਰੂ ਹੋਏਗੀ। ਇਹਦਾ ਇੱਕ ਪ੍ਰੋਸੀਜਰ। ਜੇ ਇਹ ਪ੍ਰੋਸੀਜਰ ਅਸੀਂ ਨਹੀਂ ਫੋਲੋ ਕਰਦੇ, ਤੁਸੀਂ ਇਹ ਸਮਝ ਲਓ ਜਿਹੜੀ ਮੈਂ ਵੀ ਗੱਲ ਕਰਦਾ ਪਿਆ ਹਾਂ ਉਹ ਵੀ ਫੇਲ ਆ, ਉਹ ਵੀ ਕਿਸੇ ਲਾਹੇਵੰਦ ਨਹੀਂ, ਉਹ ਵੀ ਕਿਸੇ ਕੰਮ ਨਹੀਂ ਆਣੀ ਮੁੜ ਕੇ। ਐਕਚੁਅਲੀ ਇਹ ਠੀਕ ਆ, ਗੱਲਾਂ ਕਰਦੇ ਪਏ ਆ, ਇੰਟਰਟੇਨਮੈਂਟ ਆ, ਇਹ ਸਾਹਿਤਕ ਇੰਟਰਟੇਨਮੈਂਟ ਇਹਨੂੰ ਸਮਝ ਲਓ। ਬਟ ਐਂਡ ਆਫ ਦਾ ਡੇ ਇਹ ਵੀ ਇੱਕ ਇੰਟਰਟੇਨਮੈਂਟ ਹੀ ਆ। ਪਰ ਨਹੀਂ, ਇਸ ਗੱਲ ਨੂੰ ਪ੍ਰੈਕਟੀਕਲ ਹੌਲੀ ਇੱਕ ਜਗ੍ਹਾ ਤੇ ਲੈ ਕੇ ਜਾਣਾ ਆ ਤੇ ਨਾਲ ਕਾਵ ਯਾਤਰਾ ਅਸੀਂ ਰੱਖਣੀ ਆ ਆਪਣੀ, ਠੀਕ ਹੈ ਨਾ। ਕਾਵ ਯਾਤਰਾ ਅਸੀਂ ਕਦੇ, ਕਿਉਂਕਿ ਬੀਇੰਗ ਐਜ਼ ਕਵੀ, ਬੀਇੰਗ ਐਜ਼ ਪੋਇਟ, ਮੇਰੀ ਇਹ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਕਵਿਤਾ ਨੂੰ ਨਾਲ ਲੈ ਕੇ ਤੁਰਾਂ ਤੇ ਨਾਲ ਇੱਕ ਵਿਸ਼ੇ ਨੂੰ ਨਾਲ ਲੈ ਕੇ ਤੁਰੀਏ। ਤੇ ਇਹ ਸਾਡੇ ਅਗਰ ਸਾਰੇ ਕਵੀ ਜਿਹੜੇ ਬੀਸਪੋਕ ਕਵੀ ਆ, ਜਿਹਨੂੰ ਅਸੀਂ ਕਹਿ ਦਿਓ ਕਿ ਬਹੁਤ ਜ਼ਿਆਦਾ ਵੱਡੇ ਕਵੀ ਆ, ਜੇ ਉਹ ਵੀ ਇਸ ਭਾਗ ਦੇ ਵਿੱਚ ਹਿੱਸਾ ਲੈਣ ਤੇ ਇਹ ਬਹੁਤ ਸਾਡੇ ਕਰਮਾਂ ਵਾਲੀ, ਸਾਡੇ ਭਾਗਾਂ ਵਾਲੀ ਗੱਲ ਹੋਏਗੀ। ਮੈਨੂੰ ਨਹੀਂ ਲੱਗਦਾ ਸ਼ਾਇਦ ਇੰਨਾ ਕਿਸੇ ਵਿੱਚ ਜ਼ੋਰ ਹੈਗਾ ਆ ਕਿ ਉਹ ਇਹ ਗੱਲਾਂ ਨੂੰ ਕਰ ਸਕਣ ਤੇ ਸਮਝ ਵੀ ਸਕਣ ਤੇ ਮਹਿਸੂਸ ਕਰ ਸਕਣ। ਸਭ ਤੋਂ ਪਹਿਲਾਂ ਮਹਿਸੂਸ ਕਰ ਸਕਣ। ਉਹ ਠੀਕ ਆ, ਉਹ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਗੱਲਾਂ ਵਿੱਚ ਠੀਕ ਆ, ਅਸੀਂ ਬਹੁਤ ਵਧੀਆ ਆ, ਪਰ ਹਕੀਕਤ ਵਿੱਚ ਸਾਡੇ ਕੋਲ ਕੋਈ ਬੰਦੇ ਇਹੋ ਜਿਹੇ ਮੌਜੂਦ ਨਹੀਂ ਹੈਗੇ। ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪ ਜੀ ਤੋਂ ਬਸ ਇਜਾਜ਼ਤ ਲੈਣਾ ਆ। ਤੇ ਫਿਰ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਆਪਣੇ ਅੱਜ ਦੀ ਪੋਇਮ ਤਾਂ ਹੋ ਗਈ ਸੀਗੀ, ਮੈਂ ਤੁਹਾਨੂੰ ਕੀ ਦੱਸਾਂ। ਤੁਹਾਨੂੰ ਪੋਇਮ ਇੱਦਾਂ ਕਰਾਂਗੇ, ਅਸੀਂ ਪੋਇਮ ਦਾ ਕੱਲ ਤੋਂ ਪੋਇਮ ਕਰ ਲਾਂਗੇ। ਅੱਜ ਇੰਨਾ ਹੀ ਕਾਫੀ ਹੈ ਸਾਡੇ ਲਈ, ਠੀਕ ਹੈ ਨਾ। ਅਸੀਂ ਗੱਲਾਂ ਕੀਤੀਆਂ, ਅਸੀਂ ਵਿਚਾਰ ਕੀਤੇ, ਅਸੀਂ ਪੋਇਮ ਬਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ ਜੀ। ਹਰਗੋਬਿੰਦ ਸ਼ੇਖਪੁਰੀਆ ਜੀ ਨੇ ਵਾਹਿਗੁਰੂ ਜੀ ਕਿਹਾ, ਮੈਂ ਹੱਥ ਜੋੜ ਕੇ ਵਾਹਿਗੁਰੂ ਜੀ ਐਕਸੈਪਟ ਕਰਦਾ ਹਾਂ ਉਹਨਾਂ ਦਾ। ਮੋਹਦੀਪ ਮੋਹ ਨੇ ਮੈਨੂੰ ਫੁੱਲ ਭੇਜ ਦਿੱਤੇ, ਮੋਹਦੀਪ ਮੋਹ ਨੇ ਮੈਨੂੰ ਫਿਰ ਫੁੱਲ ਭੇਜ ਦਿੱਤੇ ਤੇ ਇਹ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪ ਜੀ ਤੋਂ
ਇਜਾਜ਼ਤ ਲੈਂਦਾ ਹਾਂ ਆਪ ਜੀ ਦਾ ਦੀਪਕ ਪਾਰਸ ਪੰਜਾਬੀ ਮਾਂ ਬੋਲੀ ਦੇ ਵਿਹੜੇ ਤੋਂ ਉਹਦੀ ਅਸੀਸਾਂ ਨਾਲ ਜਿੰਨਾ ਵੀ ਜੋ ਕੁਝ ਵੀ ਬੋਲਦਾ ਪਿਆ ਉਹਦੇ ਅਸੀਸਾਂ ਸਦਕਾ ਬੋਲਦਾ ਪਿਆ ਆ ਉਹ ਹਨਾ ਜਿਸ ਨੂੰ ਤੂੰ ਹੱਥ ਛੁਆਵੇਂ ਡਿੱਗ ਪੈਂਦਾ ਹੈ ਪਲ ਵਿੱਚ ਜਿਸ ਤੋਂ ਹੱਥ ਹਟਾਵੇਂ ਉੱਡ ਪੈਂਦਾ ਹੈ ਪਲ ਵਿੱਚ ਜਿਹਨੂੰ ਹੱਥ ਲਗਾਵੇਂ ਡਿੱਗ ਪੈਂਦਾ ਹੈ ਪਲ ਵਿੱਚ ਜਿਸ ਤੋਂ ਹੱਥ ਹਟਾਵੇਂ। ਸੋ ਇਹ ਤਾਂ ਉਹ ਗੱਲ ਹੋ ਗਈ ਆਪਣੇ ਮੀਤ ਧਾਲੀਵਾਲ ਮੈਨੂੰ ਉਹਨਾਂ ਨੇ ਸਤਿ ਸ੍ਰੀ ਅਕਾਲ ਭੇਜ ਦਿੱਤਾ ਮੈਨੂੰ ਜੈਸਟਰਸ ਭੇਜ ਦਿੱਤੇ। ਇਹਨਾਂ ਸ਼ਬਦਾਂ ਨਾਲ ਹੀ ਆਪ ਜੀ ਤੋਂ ਇਜਾਜ਼ਤ ਲੈਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਜੀ। रोम रोम फतेह हर मैदान फतेह।